ਸਦਨ ਸਾਸੁਰੇ ਦਾਰਿਦ ਮਹਾ। ਤੋ ਇਹ ਹੰਕਾਰੀ ਬਾਪ ਨੇ ਆਪਣੀ ਰਾਣੀ ਧੀ ਨੂੰ ਫਿਰ ਹੰਕਾਰ ਵਸ ਹੋ ਕੇ ਪਿੰਗਲੇ ਨਾਲ ਵਿਆਹ ਦਿੱਤਾ। ਸਹੁਰੇ ਘਰ ਗਈ, ਪਿੰਗਲੇ ਨਾਲ ਵਿਆਹੀ ਹੋਈ, ਤੇ ਹੁਣ ਇੱਥੇ ਇਹ ਪਿੰਗਲਾ ਹੈ, ਕਰਨਾ ਕੀ ਹੈ ਇਸਨੇ? ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ, ਜਿਸ ਕਰਕੇ ਇਹ ਬੀਬੀ ਰਾਜ ਕੌਰ ਦੇ ਸਹੁਰੇ ਘਰ ਵਿੱਚ ਬਹੁਤ ਗਰੀਬੀ ਹੈ, ਮਹਾਨ ਦਲਿੱਦਰ ਪਿਆ ਹੋਇਆ ਹੈ। ਪਹਿਰਨ ਖਾਣ ਨਾ ਪ੍ਰਾਪਤ ਜਹਾਂ। ਇਹ ਜਿਹੜੇ ਘਰ ਵਿੱਚ ਨਾ ਕੁਝ ਖਾਣ ਨੂੰ ਰੋਟੀ ਟੁੱਕ ਤੇ ਨਾ ਪਹਿਨਣ ਨੂੰ ਕੋਈ ਟਾਕੀ ਲੀੜਾ ਹੈ। ਕੇਤਕ ਦਿਨ ਦੁਖ ਭੁੱਖ ਕੋ ਸਹਿਓ। ਤੇ ਮਾਈ ਸਬਰ ਸੰਤੋਖ ਵਾਲੀ ਕੁਝ ਕੁ ਦਿਨ ਤਾਂ ਇੱਥੇ ਸਹੁਰੇ ਘਰ ਵਿੱਚ ਰਹੀ, ਤੇ ਔਖੀ ਸੌਖੀ ਭੁੱਖ ਪਿਆਸ ਦੁੱਖਾਂ ਨੂੰ ਕੱਟਦੀ ਰਹੀ ਹੈ। ਬਹੁਰ ਅਨਤ ਕਿਤ ਚਲ ਬੇਚਹਿਓ। ਤੇ ਫਿਰ ਮਨ ਵਿੱਚ ਵਿਚਾਰਿਆ ਵੀ ਚਲੋ ਮਣਾ ਜਹਾਂ ਦਾਣੇ ਤਹਾਂ ਖਾਣੇ, ਵੀ ਤੁਰ ਫਿਰ ਕੇ ਕੋ ਮੰਗ ਤੰਗ ਕੇ ਆਪਾਂ ਗੁਜ਼ਾਰਾ ਕਰ ਲਿਆਂਗੇ, ਵੀ ਕਿਤੇ ਹੋਰ ਚਲੇ ਜਾਈਏ। ਤਿਸ ਪੁਰ ਰਹੀ ਨ ਬਹੁ ਦੁਖਿਆਰੀ। ਤੇ ਉਹ ਇੱਥੇ ਪੱਟੀ ਵਿੱਚ ਨਾ ਰਹੀ, ਵੀ ਜੇ ਮੈਂ ਦੁੱਖ ਭੋਗਾਂਗੀ ਤੇ ਮੇਰਾ ਪਿਤਾ ਆਖੇਗਾ ਵੀ ਲੈ ਹੁਣ ਮੇਰੇ ਪਿੰਡ 'ਚ ਹੀ ਮੰਗਦੀ ਹੈ, ਪਿੰਡ ਨੂੰ ਵੀ ਮੈਂ ਦੇਣਾ, ਕਿਉਂਕਿ ਹੰਕਾਰੀ ਬੜਾ। ਉਹ ਇਸ ਪਿੰਡ ਪੱਟੀ ਵਿੱਚ ਨਾ ਠਹਿਰੀ, ਦੁੱਖਾਂ ਦੀ ਮਾਰੀ ਹੋਈ। ਪਤ ਬ੍ਰਤ ਧਰਮ ਮਹਾ ਦ੍ਰਿੜ ਧਾਰੀ। ਜਿਸ ਬੀਬੀ ਨੇ ਮਨ ਵਿੱਚ ਪਤੀ ਬ੍ਰਤਾ ਧਰਮ ਜਿਹੜਾ ਬੜਾ ਪਰਪੱਖ ਰੱਖਿਆ, ਪਤੀ ਬ੍ਰਤਾ ਧਰਮ ਨੂੰ ਧਾਰਨ ਵਾਲੀ ਬੜੀ ਸਤੀ ਇਸਤਰੀ ਹੈ। ਪਤ ਕੁਸ਼ਟੀ ਕੋ ਧਰ ਵਿੱਚ ਖਾਰੀ। ਤੇ ਆਪਦੇ ਕੋੜੇ ਪਤੀ ਨੂੰ ਖਾਰੀ ਵਿੱਚ ਰੱਖ ਲਿਆ ਨੇ, ਉਹ ਚੁੱਕਣ ਵਾਸਤੇ ਹੁੰਦਾ ਸਾਜੋ, ਉਸ ਖਾਰੀ ਵਿੱਚ ਆਪਣੇ ਕੋੜੇ ਪਤੀ ਨੂੰ ਰੱਖ ਲੈਣਾ ਕੀਤਾ ਹੈ। ਅਪਰ ਗ੍ਰਾਮ ਤੇ ਮੰਗ ਹਾਰੀ। ਤੇ ਪੱਟੀ ਚੋਂ ਨਾ ਮੰਗਿਆ ਤੇ ਹੋਰ ਪਿੰਡਾਂ ਚੋਂ ਪਾਸਿਓਂ ਮੰਗਣ ਵਾਸਤੇ ਤੁਰੀ ਹੈ। ਪਿਤ ਕੇ ਪੁਰ ਨਾ ਜਾਚਨਾ ਕਰਹਾ। ਤੇ ਮਨ ਵਿੱਚ ਇਹ ਵਿਚਾਰਿਆ ਵੀ ਮੈਂ ਆਪਦੇ ਬਾਪ ਦੇ ਪਿੰਡ ਵਿੱਚ ਨਾ ਮੰਗਾਂਗੀ ਨਹੀਂ, ਕਿਉਂਕਿ ਆਖੇਗਾ ਵੀ ਹੁਣ ਮੇਰੇ ਹੀ ਪਿੰਡ ਚੋਂ ਮੰਗ ਕੇ ਖਾਨੀ ਆ। ਪੱਟੀ ਸ਼ਹਿਰ ਦੇ ਵਿੱਚੋਂ ਇਹਨੇ ਮੰਗਿਆ ਨਾ। ਅਪਰ ਪੁਰਨ ਤੇ ਉਦਰ ਸੋ ਭਰਹਾ। ਤੇ ਮਨ ਵਿੱਚ ਵਿਚਾਰਿਆ ਵੀ ਹੋਰ ਕਿਸੇ ਪਿੰਡੋਂ ਲਾਗੋਂ ਮੰਗ ਕੇ ਰੋਟੀ ਟੁੱਕ ਤੇ ਆਪਦਾ ਪੇਟ ਭਰ ਲਵਾਂਗੀ। ਜਾਚਤ ਅੰਨ ਆਨਤੀ ਤੇ ਤੋ। ਤੇ ਇਸ ਤਰ੍ਹਾਂ ਇਹ ਮਾਈ ਤੁਰੀ, ਪਤੀ ਨੂੰ ਖਾਰੀ 'ਚ ਰੱਖ ਸਿਰ ਚੁੱਕਿਆ, ਤੇ ਜਿੰਨਾ ਕੁ ਅੰਨ ਜਿਹੜਾ ਇਹ ਮੰਗ ਕੇ ਲੈ ਆਉਂਦੀ ਹੈ। ਪਤ ਅਰ ਆਪ ਖਾਏ ਲੈ ਜੇਤੋ। ਪਿੰਡਾਂ ਚੋਂ ਮੰਗ ਕੇ ਲਿਆਉਂਦੀ ਤੇ ਪਹਿਲਾਂ ਆਪਦੇ ਘਰ ਵਾਲੇ ਪਤੀ ਨੂੰ ਛਕਾਉਂਦੀ ਹੈ, ਫਿਰ ਬਾਅਦ ਵਿੱਚ ਆਪ ਛਕਦੀ ਹੈ। ਮਹਾ ਸੁਧਰਮਾ ਧਾਰਤ ਧਰਮ। ਗੱਲ ਕੀ ਕਵੀ ਜੀ ਕਹਿੰਦੇ ਮਹਾਨ ਧਰਮਾਂ ਧਾਰੀ ਇਹ ਬੀਬੀ ਹੈ, ਬੀਬੀ ਰਜਨੀ। ਬਹੁਤ ਭਾਰੀ ਧਰਮ ਧਾਰਿਆ ਜਿਸਨੇ। ਨਿਜ ਪਤ ਤੇ ਨਹਿ ਧਾਰਿਓ ਭਰਮ। ਤੇ ਕੋੜਾ ਹੈ ਪਤੀ, ਫੇਰ ਵੀ ਤੇ ਮਨ ਵਿੱਚ ਭਰਮ ਨਹੀਂ ਕੀਤਾ ਵੀ ਮੈਂ ਕਿਹਦੇ ਲੜ ਲੱਗੀ ਹੈ, ਕੋੜਾ। ਤੋ ਇਸ ਤਰ੍ਹਾਂ ਮਨ ਦੇ ਵਿੱਚ ਥੋੜੇ ਮਾਤਰ ਵੀ ਭਰਮ ਨਹੀਂ ਕੀਤਾ, ਪਤੀ ਤੋਂ ਕਦੇ ਗਲਾਨੀ ਨਹੀਂ ਕੀਤੀ ਹੈ। ਸੀਸ ਉਠਾਇਓ ਫਿਰੈ ਸੋ ਜਹ ਕਹੈ। ਤੇ ਜਿੱਧਰ ਕਿੱਧਰ ਪਿੰਡਾਂ ਵਿੱਚ ਮੰਗਣ ਵਾਸਤੇ ਆਪਦੇ ਪਤੀ ਨੂੰ ਸਿਰ ਤੇ ਚੁੱਕ ਲੈਂਦੀ, ਖਾਰੀ 'ਚ ਬਹਾ ਕੇ, ਤੇ ਪਿੰਡਾਂ ਵਿੱਚ ਮੰਗਦੀ ਫਿਰਦੀ ਆ ਰਾਜੇ ਬਾਪ ਦੀ ਧੀ ਜੋ ਹੈ। ਜਾਚਹਿ ਅੰਨ ਭੁਖ ਬੇਹਿਤ ਤਹੈ। ਤੇ ਪੇਟ ਦੀ ਪਾਲਣ ਪੋਸ਼ਣ ਵਾਸਤੇ, ਸਰੀਰ ਦੀ ਪਾਲਣਾ ਵਾਸਤੇ, ਭੁੱਖ ਦੀ ਪੂਰਤੀ ਵਾਸਤੇ ਅੰਨ ਪ੍ਰਸ਼ਾਦਾ ਮੰਗ ਮੰਗ ਛਕਦੀ, ਪਤੀ ਨੂੰ ਛਕਾਉਂਦੀ ਹੈ। ਨਿਕਟ ਗ੍ਰਾਮ ਕੇ ਦੇਤ ਉਤਾਰ। ਤੇ ਕੋਈ ਪਿੰਡ ਜਿੱਥੋਂ ਮੰਗਣਾ ਹੁੰਦਾ, ਪਿੰਡ ਦੇ ਬਾਹਰ ਬਾਰੇ ਕੋੜੇ ਪਤੀ ਨੂੰ ਉਤਾਰ ਦਿੰਦੀ ਹੈ। ਫਿਰਹਿ ਸਦਨ ਤੇ ਲਿਆਏ ਆਹਾਰ। ਤੇ ਸਾਰੇ ਪਿੰਡ ਚੋਂ ਫਿਰ ਫਿਰ ਕੇ ਮੰਗ ਮੰਗ ਕੇ ਭੋਜਨ ਲੈ ਆਉਂਦੀ ਹੈ। ਵਿਚਰਤ ਗ੍ਰਾਮਨ ਇਸੀ ਪ੍ਰਕਾਰੀ। ਇਸ ਤਰ੍ਹਾਂ ਬੜਾ ਸਮਾਂ ਇਹ ਬੀਬੀ ਰਜਨੀ ਜਿਹੜੀ ਹੈ ਲਾਗੇ ਲਾਗੇ ਪਿੰਡਾਂ ਵਿੱਚ ਮੰਗਦੀ ਫਿਰਦੀ ਹੈ, ਪਤੀ ਨੂੰ ਬਾਹਰ ਬਿਠਾ ਜਾਂਦੀ ਹੈ, ਆਪ ਮੰਗ ਕੇ ਲੈ ਆਉਂਦੀ, ਤੇ ਪਹਿਲਾਂ ਘਰ ਵਾਲੇ ਨੂੰ ਛਕਾਉਂਦੀ ਹੈ, ਫਿਰ ਆਪ ਖਾ ਕੇ ਪੇਟ ਭਰ ਲੈਂਦੀ ਹੈ। ਆਈ ਗੁਰ ਕੇ ਚੱਕ ਇੱਕ ਬਾਰੀ। ਤੇ ਇਸ ਤਰ੍ਹਾਂ ਇੱਕ ਵਾਰੀ ਦੀ ਗੱਲ ਹੈ, ਕਵੀ ਜੀ ਕਹਿੰਦੇ ਚਲਦੀ ਫਿਰਦੀ ਆਪਣੇ ਪਤੀ ਨਾਲੇ ਬੀਬੀ ਮੰਗਦੀ ਹੋਈ, ਤੇ ਗੁਰੂ ਕੇ ਚੱਕ ਜਿਹੜਾ ਨਗਰ ਗੁਰੂ ਰਾਮਦਾਸ ਮਹਾਰਾਜ ਦਾ ਵਸਾਇਆ, ਹੁਣ ਜਿਹਨੂੰ ਅੰਮ੍ਰਿਤਸਰ ਸਾਹਿਬ ਕਹਿੰਦੇ ਆ, ਚੱਲਦੀ ਹੋਈ ਇਸ ਨਗਰ ਵਿੱਚ ਆ ਗਈ ਆ। ਦੇਗ ਗੁਰੂ ਕੀ ਲੀਨ ਆਹਾਰਾ। ਤੇ ਪਹਿਲਾਂ ਤਾਂ ਇਹਨੇ
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਹੈ ਪਤ ਜੁਤ ਖਾਏ ਹਿਰਦੈ ਸੁਖ ਧਾਰਾ। ਤੇ ਮਨ ਵਿੱਚ ਸੁਖ ਧਾਰਿਆ। ਆਪਣੇ ਪਤੀ ਸਮੇਤ ਕੁਝ ਦਿਨ ਤਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਹੈ। ਪੁਨ ਅਗਲੇ ਦਿਨ ਬਦਰੀ ਬਨ ਤੇ ਮੈਂ। ਅਗਲੇ ਦਿਨ ਫਿਰ ਜਿੱਥੇ ਉਹ ਕੋਈ ਸੰਘਣੀਆਂ ਬੇਰੀਆਂ ਦਾ ਜੰਗਲ ਜਿਹਾ ਬਣਿਆ ਹੋਇਆ, ਝਾੜ ਬੂਝ ਬਣੇ ਹੋਏ ਹਨ, ਖਾਰੀ ਜਾਏ ਤਰੀ ਤਬ ਤਿਨ ਤੇ ਮੈਂ। ਉਥੇ ਉਹ ਸੰਘਣੇ ਬੇਰੀਆਂ ਦੇ ਝੁੰਡ ਵਿੱਚ ਆਪਣੇ ਪਿਤਾ ਨੂੰ, ਆਪਣੇ ਪਤੀ ਨੂੰ ਉਤਾਰ ਦਿੱਤਾ। ਖਾਰੀ ਜਿਹੜੀ ਸਿਰ ਤੇ ਲੱਦੀ ਹੈ ਉਹ ਹੇਠਾਂ ਉਤਾਰ ਦਿੱਤੀ ਹੈ। ਗ੍ਰਾਮ ਬਿਖੈ ਨਰ ਹੀਰਤ ਜੋਈ। ਤੇ ਇਸ ਤਰ੍ਹਾਂ ਉਥੇ ਜਿੱਥੇ ਪਤੀ ਉਤਾਰਿਆ ਨਾ ਜਿਹੜਾ, ਉਹ ਤਾਂ ਇੱਥੇ ਲੈ ਕੇ ਗਈ ਕਿਉਂਕਿ ਹੁਣ ਗੁਰੂ ਕਾ ਚੱਕ ਜਿਹੜਾ ਉਹ ਦੁੱਖ ਭੰਜਣੀ ਬੇਰ ਸਾਹਿਬ ਤੋਂ ਉਦੋਂ ਲਹਿੰਦੇ ਵਾਲੇ ਪਾਸੇ ਸੀ। ਸਾਰਾ ਸਰੋਵਰ ਬਾਅਦ ਚ ਬਣਿਆ। ਗੁਰੂ ਕਾ ਚੱਕ ਨਗਰ ਪਹਿਲਾਂ ਵਸਿਆ ਸੀ। ਵੀ ਜਦੋਂ ਇਹ ਗੁਰੂ ਕੇ ਲੰਗਰਾਂ ਵਿੱਚੋਂ ਲੰਗਰ ਛਕਦੀ ਸੀ, ਉੱਥੇ ਰਹਿੰਦੀ ਸੀ, ਤੇ ਜਿਹੜੇ ਪਿੰਡਾਂ ਦੀ ਸੰਗਤ ਉੱਥੇ ਜਾਂ ਕੋਈ ਆਮ ਲੋਕ ਇੱਥੇ ਗੁਰੂ ਘਰ ਵਿੱਚ ਆਇਆ ਕਰਦੇ ਸਨ, ਉਹ ਇਸ ਕੋੜੇ ਨੂੰ ਵੇਖ ਵੇਖ ਕੇ ਇਉਂ ਕਰਦੇ ਆ। ਕਰਤ ਗਿਲਾਨ ਤਰਕ ਤੇ ਸੋਈ। ਤੇ ਉਹ ਬੜੀ ਨਫ਼ਰਤ ਜੀ ਮਨਾਉਂਦੇ, ਰੇਸ਼ਾ ਜਾ ਵਹਿੰਦਾ ਵੀ ਇਹ ਕਿੱਧਰ ਕੋੜੇ ਨੂੰ ਚੁੱਕੀ ਫਿਰਦੀ, ਲੰਗਰ ਚ ਵੜੀ ਫਿਰਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਾਂ ਕੋਈ ਤਰਕਾਂ ਕਰਨ ਵਾਲੇ ਕੋਈ ਮਨਮੁਖ ਜੇ ਹੁੰਦੇ ਜਿਹੜੇ, ਉਹ ਇਹ ਮਾਈ ਨੂੰ ਤਰਕਾਂ ਮਿਹਣੇ ਜੇ ਮਾਰਦੇ ਵੀ ਤੂੰ ਇੱਥੇ ਇਕੱਠ ਵਿੱਚੋਂ ਇਹਨੂੰ ਬਦਬੂ ਭਰੇ ਆਪਦੇ ਘਰ ਵਾਲੇ ਨੂੰ ਕਿਤੇ ਦੂਰ ਲਿਜਾ ਕੇ ਬਿਠਾ, ਤੂੰ ਨਾਲ ਚੁੱਕੀ ਫਿਰਦੀ ਹੈ। ਇਸ ਤਰ੍ਹਾਂ ਦੇ ਬਚਨ ਕੋਈ ਜਿਹੜੇ ਆ ਬਹੁਤੇ ਹੀ ਤਰਕੀ ਜੇ ਹੁੰਦੇ ਆ, ਉਹ ਇਸ ਮਾਈ ਨੂੰ ਬੋਲਦੇ ਮਾਰਦੇ ਹਨ। ਇਸ ਵਿਚਾਰ ਕਰਕੇ ਮਾਈ ਨੇ ਆਪਣੇ ਪਤੀ ਨੂੰ ਨਾਲ ਲਿਆ ਤੇ ਇਹ ਨਗਰ ਦੇ ਚੜ੍ਹਦੇ ਵਾਲੇ ਪਾਸੇ, ਜਿੱਥੇ ਹੁਣ ਦੁੱਖ ਭੰਜਨ ਬੇਰ ਸਾਹਿਬ ਹੈ, ਇੱਥੇ ਬਹੁਤੀਆਂ ਬੇਰੀਆਂ ਸਨ, ਇੱਥੇ ਲਿਆ ਉਤਾਰਿਆ ਹੈ। ਏਸੋ ਹਿਤ ਤੇ ਪਤ ਦੂਰ ਬਿਠਾਇਓ। ਇਸ ਕਰਕੇ ਫਿਰ ਵੀ ਉਹ ਕੋਈ ਨਫ਼ਰਤ ਜੀ ਨਾ ਮਨਾਵੇ, ਆਪਦੇ ਪਤੀ ਨੂੰ ਨਗਰ ਦੇ ਬਾਹਰ ਬੇਰੀਆਂ ਵਿੱਚ ਉਤਾਰ ਦਿੱਤਾ ਹੈ। ਖਾਰੀ ਸਹਿਤ ਸੁਛਾਏ ਟਿਕਾਇਓ। ਤੇ ਉਹ ਜਿੱਥੇ ਸੰਘਣੀ ਛਾਂ, ਉਹ ਆਪਦੇ ਪਤੀ ਨੂੰ ਆਖਿਆ ਵੀ ਤੁਸੀਂ ਇੱਥੇ ਬੈਠੋ। ਸੰਘਣੀ ਛਾਂ ਜਿੱਥੇ ਆ ਉੱਥੇ ਪਤੀ ਨੂੰ ਟਿਕਾ ਦਿੱਤਾ ਹੈ। ਗ੍ਰਾਮ ਤੁੰਗ ਕੋ ਆਪ ਸਿਧਾਰੀ। ਤੇ ਆਪ ਇੱਥੇ ਤੁੰਗ ਪਿੰਡ, ਕਿਉਂਕਿ ਤਿੰਨਾਂ ਪਿੰਡਾਂ ਦੀ ਯੂਹ ਸੀ ਨਾ, ਇੱਕ ਗਿੱਲ ਵਾਲੀ ਤੁੰਗ ਤੇ ਇੱਕ ਸੁਲਤਾਨ ਪਿੰਡ, ਜਿੱਥੇ ਹੁਣ ਅੰਮ੍ਰਿਤਸਰ ਸਾਹਿਬ ਵਸਿਆ। ਤੁੰਗ ਪਿੰਡ ਇੱਥੇ ਲਾਗੇ ਸੀ ਤੇ ਆਪ ਵਿਚਾਰੀ ਤੁੰਗ ਪਿੰਡ ਵਿੱਚ ਮੰਗਣ ਵਾਸਤੇ ਚਲੀ ਗਈ ਹੈ। ਭਿਖਿਆ ਹਿਤ ਲੈ ਬੇ ਇਛਤਾਰੀ। ਇੱਛਾ ਜੀ ਰੱਖੀ ਚਲੋ ਵੀ ਇਹਨੂੰ ਇੱਥੇ ਬਿਠਾ ਕੇ ਤੇ ਮੈਂ ਕੁਝ ਖਾਣ ਵਾਸਤੇ ਲੈ ਆਉਂਦੀ ਹਾਂ। ਜੋ ਸ਼੍ਰੀ ਰਾਮਦਾਸ ਖਨਵਾਇਓ। ਇੱਧਰ ਜਿਹੜਾ ਕਿਸੇ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਸਰੋਵਰ ਖਦਵਾਇਆ ਸੀ, ਅੰਮ੍ਰਿਤ ਸਰੋਵਰ, ਜਿਸ ਦਾ ਨਾਮ ਇਹ ਦੁੱਖ ਭੰਜਨੀ ਇਸੇ ਬੇਰੀ ਦੇ ਲਾਗੇ ਤੁਸੀਂ ਸੁਣੀ ਪਿੱਛੇ ਕਥਾ। ਉਹ ਕੱਚਾ ਸਰੋਵਰ ਅਜੇ ਕੁਝ ਥੋੜਾ ਹੀ ਖਦਵਾਇਆ ਸੀ। ਦੁੱਖ ਭੰਜਨ ਬਦਰੀ ਤਰ ਪਾਇਓ। ਤੇ ਉਹਦੇ ਕੰਢੇ ਤੇ ਜਿਹੜੀ ਦੁੱਖ ਭੰਜਨ ਸਾਹਿਬ ਬੇਰੀ ਹੈ ਉਹ ਖੜੀ ਹੋਈ ਹੈ। ਤਹ ਕੁਛ ਟੋਵਾ ਬਿਨਾ ਚਿਨਾਰੀ। ਤੇ ਉਥੇ ਹੁਣ ਅੰਮ੍ਰਿਤਸਰ ਸਰੋਵਰ ਦਾ ਤਾਂ ਕੋਈ ਨਿਸ਼ਾਨ ਨਹੀਂ ਸੀ ਨਾ, ਕਿਉਂਕਿ ਪੂਰਿਆ ਗਿਆ ਸੀ ਮਿੱਟੀਆਂ ਦੇ ਨਾਲ, ਮੀਂਹ ਪੈ ਪੈ ਕੇ। ਸਰੋਵਰ ਦੀ ਉੱਥੇ ਕੋਈ ਨਿਸ਼ਾਨੀ ਦਿਸਦੀ ਨਹੀਂ ਹੈ। ਤਹ ਕੁਛ ਟੋਵਾ ਬਿਨਾ ਚਿਨਾਰੀ। ਬਿਨਾ ਚਿਨਾਰੀ ਨਾਮ ਪਛਾਣਦਾ ਨਿਸ਼ਾਨੀ ਦਾ, ਤੋਂ ਨਿਸ਼ਾਨੀ ਤੋਂ ਬਿਨਾ ਜਿਹੜਾ ਨਾ ਉਹ ਇੱਥੇ ਟੋਆ, ਭਾਵ ਕੋਈ ਸਰੋਵਰ ਦੀ ਨਿਸ਼ਾਨੀ ਨਹੀਂ ਸੀ, ਵੈਸੇ ਹੀ ਛੋਟਾ ਜਿਹਾ ਟੋਆ ਦਿਸਦਾ ਹੈ। ਰਹਿਓ ਤੋ ਨਹਿ ਕਿਸ ਨਿਰਤਾਰੀ। ਤੇ ਕਿਸੇ ਨੇ ਇਹ ਨਿਰਣਾ ਹੀ ਨਹੀਂ ਕੀਤਾ, ਕਦੇ ਇਸ ਗੱਲ ਦਾ ਨਿਰਣਾ ਕੀਤਾ ਹੀ ਨਹੀਂ ਕਿਸੇ ਵੀ ਇੱਥੇ ਸਰੋਵਰ ਹੋਵੇਗਾ, ਕਿਉਂਕਿ ਪਤਾ ਜੂ ਨਹੀਂ ਸੀ ਲੱਗਦਾ ਵੀ ਸਰੋਵਰ ਹੈ ਇੱਥੇ। ਕਿਸੇ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ। ਤਿਸ ਮਹਿ ਪਰਿਓ ਨੀਰ ਕੁਛ ਥਿਰਿਓ। ਤੇ ਮੀਂਹ ਪੈਣ ਕਰਕੇ, ਬਾਰਿਸ਼ਾਂ ਦਾ ਉਹ ਨੀਵਾਂ ਥਾਂ ਹੋਣ ਕਰਕੇ ਦੁੱਖ ਭੰਜਨ ਸਾਹਿਬ ਬੇਰੀ ਦੇ ਲਾਗੇ ਕਾਫੀ ਜਿਹੜਾ ਮੀਂਹਾਂ ਦਾ, ਬਾਰਿਸ਼ਾਂ ਦਾ ਪਾਣੀ ਖੜਿਆ ਹੋਇਆ ਰਹਿੰਦਾ ਹੈ। ਬਦਰੀ ਤਰਕੇ ਤਰ ਸੋ ਟਰਿਓ। ਤੇ ਉਹ ਢਲ ਢਲ ਕੇ ਤੇ ਹੌਲੀ ਹੌਲੀ ਜਿੱਥੇ ਬੇਰ ਸਾਹਿਬ ਹੈ ਦੁੱਖ ਭੰਜਨ, ਇਹਦੇ ਲਾਗੇ ਆ ਜਾਂਦਾ ਹੈ। ਹੁਤੀ ਮੇਖ ਕੀ ਤਬ ਸੰਕਰਾਂਤ। ਤੇ ਉਧਰੋਂ ਵਿਸਾਖ ਦਾ ਮਹੀਨਾ ਸੀ ਤੇ ਵਿਸਾਖ ਦੀ ਸੰਗਰਾਂਦ ਦਾ ਦਿਨ ਸੀਗਾ, ਜਦੋਂ ਇਹ ਕੋੜੇ ਪਤੀ ਨੂੰ ਇਹ ਬੀਬੀ ਰਜਨੀ ਨੇ ਉਤਾਰਿਆ ਬੇਰੀ ਲਾਗੇ। ਸਮੋ ਪੁਰਬ ਕੋ ਤਬ ਬਿਰਤਾਂਤ। ਇਹ ਬਰਤਾਂਤ ਕਵੀ ਜੀ ਕਹਿੰਦੇ ਜਦੋਂ ਦਾ ਉਹ ਸਮਾਂ ਜਿਹੜਾ ਹੈ ਨਾ ਉਹ ਕਿਸੇ ਪੁਰਬ ਦਾ ਸੀ, ਭਾਵ ਕਿ ਵਿਸਾਖੀ ਸੀ ਉਸ ਦਿਨ, ਜਾਂ ਵਿਸਾਖ ਦੀ ਪਹਿਲੀ
ਸੰਗਰਾਂਦ ਹੈ। ਸਹਿਜ ਸੁਭਾਇਕ ਬਾਇਸ ਆਇਓ। ਤੇ ਇਹ ਜਿਹੜਾ ਕੋੜਾ ਵਿਚਾਰਾ ਉੱਥੇ ਉਤਰ ਗਿਆ, ਤਾਰ ਦਿੱਤਾ ਦੀ ਘਰ ਵਾਲੀ ਬੀਬੀ ਰਜਨੀ ਨੇ, ਆਪ ਤੁੰਗ ਪਿੰਡ ਵਿੱਚੋਂ ਮੰਗਣ ਚਲ ਗਈ। ਤੇ ਇਹ ਬੈਠਾ ਵੇਖਦਾ ਵੀ ਇੱਕ ਸੁਤੇ ਸਿੱਧੀ ਵੇਖਦੇ ਆ ਕਿ ਕਾਂ ਜਿਹੜਾ ਨਾ ਉਹ ਹੈ ਤਾਂ ਨਖਿੱਧ ਜੂਨੀ, ਹੁਣ ਕਾਂ ਨੀਚ ਮੰਨਦੇ ਆ। ਤੇ ਕਾਂ ਉੱਥੇ ਬੇਰ ਸਾਹਿਬ ਦੇ ਲਾਗੇ ਆਇਆ ਹੈ। ਬੈਠਤ ਰੂ ਪਰ ਜਲ ਦ੍ਰਿਸ਼ਟਾਇਓ। ਪਹਿਲਾਂ ਆ ਕੇ ਉਹ ਬੇਰ ਸਾਹਿਬ ਦੇ ਉੱਪਰ ਬੈਠਾ ਹੈ, ਫਿਰ ਉਥੋਂ ਨਿਗਾਹ ਲਾ ਕੇ ਤੇ ਉਹ ਥੱਲੇ ਜਿਹੜਾ ਪਾਣੀ ਖੜਾ ਬੇਰ ਸਾਹਿਬ ਦੇ ਉਧਰ ਵੇਖੀ ਜਾਂਦਾ ਹੈ। ਹੋਤੋ ਤ੍ਰਿ ਖਾਤਰ ਉਤਰਿਓ ਤਰੇ। ਤੇ ਹੈ ਪਿਆਸਾ ਸੀ ਕਾਂ, ਪਿਆਸਾ ਹੋਣ ਕਰਕੇ ਉਹ ਟਾਹਣੀ ਤੋਂ ਹੇਠਾਂ ਉਤਰਿਆ ਹੈ। ਪੰਚ ਬੇਰ ਚੂੰਚਨ ਕੋ ਭਰੇ। ਤੇ ਪੰਜ ਚੁੰਝਾਂ ਕਵੀ ਜੀ ਕਹਿੰਦੇ ਕਾਂ ਨੇ ਸਰੋਵਰ ਦੇ ਵਿੱਚੋਂ, ਜਾਂ ਹੁਣ ਉਦੋਂ ਤਾਂ ਟੋਭਾ ਹੀ ਕਹੋ, ਛੋਟੇ ਤਲਾਅ ਦੇ ਵਿੱਚੋਂ, ਮੀਂਹ ਦੇ ਖੜੇ ਬਾਰਿਸ਼ਾਂ ਦੇ ਪਾਣੀ ਵਿੱਚੋਂ ਦੁੱਖ ਭੰਜਨ ਬੇਰ ਸਾਹਿਬ ਦੇ ਲਾਗੋਂ ਪੰਜ ਚੁੰਝਾਂ ਪਾਣੀ ਦੀਆਂ ਭਰੀਆਂ ਹਨ। ਜਬ ਅੰਤਰ ਜਲ ਪ੍ਰਵਿਸ਼ਿਓ ਜਾਏ। ਤੇ ਜਦੋਂ ਇਹ ਇਸ ਤਲਾਬ ਦਾ ਜਲ ਜਿਹੜਾ ਇਹ ਕਾਂ ਦੇ ਅੰਦਰ ਲੰਘਿਆ ਹੈ, ਹਿਰਦੇ ਵਿੱਚ ਪਹੁੰਚਿਆ, ਪੇਟ ਅੰਦਰ, ਹਿਰਦਾ ਸੁਧ ਹੋਏ ਬੁੱਧ ਵਿਦੁਤਾਏ। ਤੇ ਹੁਣ ਇਹ ਜਲ ਹੈ, ਅੰਮ੍ਰਿਤ ਹੈ। ਜਦੋਂ ਹੀ ਕਾਂ ਦੇ ਅੰਦਰ ਇਹ ਪਾਵਨ ਸਰੋਵਰ ਦਾ ਜਲ ਅੰਦਰ ਲੰਘਿਆ ਤੇ ਇਹਦੇ ਹਿਰਦੇ ਵਿੱਚ ਸੁੱਧ ਖਬਰ ਆ ਗਈ, ਵੀ ਜਿਵੇਂ ਮਨੁੱਖ ਨੂੰ ਪਤਾ ਹੁੰਦਾ ਨਾ ਸਾਰਾ ਚੰਗੇ ਮਾੜੇ ਦਾ, ਤੇ ਪਸ਼ੂ ਪੰਛੀਆਂ ਨੂੰ ਕੁਝ ਪਤਾ ਹੁੰਦਾ ਨਹੀਂ, ਅਚੇਤ ਹੁੰਦੇ ਆ। ਪਰ ਇਹ ਕਊਏ ਦੇ ਜਦੋਂ ਹੀ ਜਲ ਛਕਣ ਕਰਕੇ ਸਾਰੀ ਗਿਆਤਾ ਸੁੱਧ ਆ ਗਈ ਮਨੁੱਖ ਵਾਂਗੂ। ਕਰਿਓ ਇਸ਼ਨਾਨ ਪੁਰਬ ਕੇ ਕਾਲ। ਤੇ ਫਿਰ ਇੱਕ ਵਿਸਾਖੀ ਦਾ ਦਿਨ ਹੋਣ ਕਰਕੇ ਇਸ ਪੁਰਬ ਦੇ ਦਿਨ, ਸੰਗਰਾਂਦ ਵਾਲੇ ਦਿਨ, ਫਿਰ ਇਹਦੇ ਮਨ ਵਿੱਚ ਇਉਂ ਆਇਆ ਵੀ ਹੁਣ ਇਸ਼ਨਾਨ ਕੀਤਾ ਜਾਵੇ ਇਸ ਪਾਣੀ ਅੰਦਰ, ਜਲ ਅੰਦਰ। ਭਇਓ ਸਵੇਤ ਤਨ ਰੁਚਰ ਮਰਾਲ। ਤੇ ਜਦੋਂ ਹੀ ਇਹ ਫਿਰ ਜਿਹੜਾ ਕਊਆ ਇਹਨੇ ਟੁੱਬਾ ਮਾਰਿਆ ਜਲ ਵਿੱਚ, ਜਦੇ ਹੀ ਪ੍ਰਵੇਸ਼ ਕੀਤਾ, ਵੜਿਆ ਕਾਲਾ ਤੇ ਚਿੱਟਾ ਹੋ ਕਰਕੇ ਐਨ ਜਿਵੇਂ ਹੰਸ ਹੁੰਦਾ। ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋਏ। ਵੜਿਆ ਕਾਲੇ ਰੰਗ ਦਾ ਕਊਆ ਹੈ ਤੇ ਨਿਕਲਿਆ ਬਾਹਰ ਨੂੰ ਹੰਸ ਹੈ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਰੋਵਰ ਦੇ ਪ੍ਰਗਟ ਹੋਣ ਦੀ ਇਹ ਸਾਖੀ ਹੈ। ਜਦ ਹੀ ਇਹ ਵੜਿਆ ਕਾਲਾ ਕਊਆ ਵੜਦਾ ਤੇ ਐਨ ਚਿੱਟਾ ਦੁੱਧ ਵਰਗਾ ਹੰਸ ਬਣ ਬਾਹਰ ਨਿਕਲਿਆ ਹੈ। ਸੋ ਪਿੰਗਲ ਦੁਖਤ ਸਭ ਰਹਿਓ। ਦੇਖਤ ਇਸ ਜਿਹੜਾ ਪਿੰਗਲਾ ਬੈਠਾ ਹੋਇਆ ਇੱਥੇ ਲਾਗੇ ਬੀਬੀ ਰਜਨੀ ਦਾ ਘਰ ਵਾਲਾ, ਉਹ ਇਹ ਵੇਖਦਾ ਸਾਰਾ ਕੌਤਕ ਬੈਠਾ ਹੋਇਆ, ਸਭ ਖਾਰੀ ਵਿੱਚ ਬੈਠਾ ਵੇਖੀ ਜਾਂਦਾ ਹੈ। ਜਥਾ ਕਾਕ ਨੇ ਸ਼ੁਭ ਫਲ ਲਹਿਓ। ਉਹਨੇ ਵੇਖਿਆ ਵੀ ਕਾਂ ਤਾਂ ਬਹੁਤ ਭਾਗਾਂ ਵਾਲਾ, ਬੜਾ ਵੱਡਾ ਫਲ ਲੈ ਗਿਆ, ਵੀ ਹੈ ਤਾਂ ਕਾਂ ਸੀ, ਇਹ ਹੰਸ ਬਣ ਗਿਆ ਹੈ। ਉਦੈ ਭਾਗ ਤੇ ਉਰ ਫੁਰਿਆਈ। ਤੇ ਹੁਣ ਇਹਦੇ ਵੀ ਵੱਡੇ ਭਾਗ, ਵੀ ਮਾਨੋ ਵੀ ਪਰਮੇਸ਼ਰ ਨੇ ਕੋਈ ਇਹਦਾ ਰੋਗ ਕੱਟਣਾ ਤੇ ਉਹ ਕਾਂ ਕਰਕੇ ਸੰਕੇਤ ਜਾ ਦੇ ਦਿੱਤਾ। ਇਹਦੇ ਮਨ ਵਿੱਚ ਇਸ ਤਰ੍ਹਾਂ ਫੁਰ ਆਈ ਹੈ, ਇਸ ਜਲ ਕੀ ਮਹਿਮਾ ਅਧਿਕਾਈ। ਵੀ ਜਾਣਿਆ ਪਿੰਗਲੇ ਨੇ ਵੀ ਕੋਈ ਨਾ ਕੋਈ ਬਾਤ ਜ਼ਰੂਰ ਹੈ, ਵੀ ਜਿੱਥੋਂ ਕਾਂ ਹੰਸ ਬਣ ਕੇ ਜਾਂਦੇ ਆ, ਇਸ ਪਾਣੀ ਜਲ ਦੀ ਕੋਈ ਮਹਿਮਾ ਜ਼ਰੂਰ ਹੈ, ਇਸ ਟੋਭੇ ਤਲਾਬ ਦੀ। ਮਨ ਵਿੱਚ ਇਹ ਜਾਣਿਆ, ਬੜੀ ਮਹਿਮਾ ਜਾਣੀ ਹੈ। ਮਨਹਾ ਪੁੰਨ ਮਮ ਬਾਇਸ ਆਇਓ। ਤੇ ਵਿਚਾਰਿਆ ਵੀ ਮਾਨੋ ਵੀ ਮੇਰਾ ਕੋਈ ਪਿਛਲਾ ਕੀਤਾ ਹੋਇਆ ਪੁੰਨ ਸੀ, ਉਹ ਕਾਂ ਬਣ ਕੇ ਆ ਗਿਆ ਤੇ ਮੈਨੂੰ ਦੱਸ ਗਿਆ ਵੀ ਕੋੜਿਆ ਇੱਥੇ ਇਸ਼ਨਾਨ ਕਰ, ਜੇ ਰੋਗ ਕਟਾਉਣਾ ਤਾਂ ਮੇਰਾ ਪੁੰਨ ਹੀ ਮੇਰੇ ਕੋਈ ਅੱਗੇ ਆਇਆ ਹੈ। ਨੀਰ ਮਹਾਤਮ ਕੋ ਦਰਸਾਇਓ। ਤੇ ਮੇਰੇ ਪੁੰਨ ਨੇ ਕਾਂ ਬਣ ਕੇ ਵਿੱਚੋਂ ਟੁੱਬੀ ਮਾਰ ਹੰਸ ਬਣਿਆ, ਤੇ ਇਹ ਮੇਰਾ ਪੁੰਨ ਹੀ ਆ, ਕੋਈ ਕਾਂ ਬਣ ਕੇ ਆਇਆ ਜਿਹੜਾ, ਤੇ ਮੈਨੂੰ ਜਲ ਦਾ ਮਹਾਤਮ ਦੱਸ ਗਿਆ ਹੈ ਸਰੋਵਰ ਦਾ। ਬਿਨਾ ਬਿਲਮ ਤੇ ਇਤ ਉਤ ਹਾਲਾ। ਤੇ ਇਸ ਤਰ੍ਹਾਂ ਫਿਰ ਬਿਨਾਂ ਦੇਰੀ ਤੋਂ ਜਿਹੜਾ ਨਾ, ਹੁਣ ਲੱਤਾਂ ਤਾਂ ਹੈ ਨਹੀਂ ਇਹਦੀਆਂ, ਪੈਰ ਝੜ ਚੁੱਕੇ ਸੀ, ਕੋੜੇ ਦੇ ਹੱਥ ਵੀ, ਤੇ ਉਹ ਖਾਰੀ ਜੀ ਦੇ ਵਿੱਚੋਂ ਇੱਧਰ ਉੱਧਰ ਹਿੱਲਣ ਲੱਗਿਆ ਹੈ। ਜੋ ਨਿਜ ਬਲ ਤੇ ਸਕਹਿ ਨ ਚਾਲਾ। ਕਿਉਂਕਿ ਆਪਦੇ ਬਲ ਕਰਕੇ ਪਿੰਗਲਾ ਚੱਲ ਤੁਰ ਨਹੀਂ ਸਕਦਾ ਸੀ। ਖਾਰੀ ਤੇ ਨਿਕਸਿਓ ਗਿਰ ਪਰਿਓ। ਇਹ ਵਿਚਾਰਾ ਖਾਰੀ ਚੋਂ ਨਿਕਲਦਿਆਂ ਸਾਰੀ ਦੜਮ ਮੂਧੜੇ ਮੂੰਹ ਜਿਹੜਾ ਧਰਤੀ ਤੇ ਡਿੱਗਿਆ ਹੈ। ਰਿੜਤ ਰਿੜਤ ਪਹੁੰਚਨ ਤਹਿ ਕਰਿਓ। ਹੱਥ ਪੈਰ ਹੈ ਨਹੀਂ, ਫਿਰ ਜਿਵੇਂ ਉਹ ਮੋਢਿਆਂ ਜਾਂਦੇ ਬਲ ਨਾਲ ਧੂੰਦਾ ਹੋਇਆ ਧੂ ਧੂ ਕੇ ਰਿੜਦਾ ਰਿੜਦਾ ਤੇ ਹੌਲੀ ਹੌਲੀ ਜਲ ਦੇ ਲਾਗੇ ਆ ਗਿਆ। ਤੂਰਨ ਤੀਰ ਨੀਰ ਕੋਸ਼ ਹੋਇਓ। ਤੇ ਦਵਾ ਦਵ ਫਿਰ ਇਹਨੇ ਨਾ ਛੇਤੀ ਦੇ ਨਾਲ ਉਹ ਕਿਨਾਰੇ ਨੂੰ ਛੋਇਆ, ਜਿੱਥੇ ਪਾਣੀ ਇਸ ਸਰੋਵਰ ਦਾ ਜਾਂ ਤਲਾਬ ਦਾ ਬੇਰ ਸਾਹਿਬ ਹੇਠ ਖੜਾ ਹੈ। ਕਰਿਓ ਇਸ਼ਨਾਨ ਅਧਿਕ ਫਲ ਲਹਿਓ। ਤੇ ਜਦੇ ਹੀ ਬਸ ਉਹ
ਉਹ ਮਨ ਵਿੱਚ ਹੁਣ ਸ਼ੁਭ ਇੱਛਾ ਜੋ ਬਣ ਗਈ ਤੇ ਹਲੇ ਨਾਲ ਹੀ ਰੜ ਕੇ ਉੱਥੇ ਪਹੁੰਚ ਕੇ ਤੇ ਛੇਤੀ ਇਸ਼ਨਾਨ ਕੀਤਾ ਹੈ। ਪੰਕ ਸਮੇਤ ਸਮਰਦਨ ਕਰ ਕਰ। ਮੈਂ ਇਸ਼ਨਾਨ ਕਰਨ ਦਾ ਇਹਨੂੰ ਬੜਾ ਫਲ ਮਿਲਿਆ। ਚਿੱਕੜ ਦੇ ਨਾਲ ਇਹ ਜਿਹੜਾ ਉੱਥੇ ਕੋਈ ਚਿੱਕੜ ਖੜਾ ਹੋਇਆ ਹੈ, ਕੱਚਾ ਸਰੋਵਰ ਹੋਣ ਕਰਕੇ ਉਹਦੇ ਨਾਲ ਆਪਦੇ ਹੱਥ ਚੰਗੀ ਤਰ੍ਹਾਂ ਜਿੰਨਾ ਕੁ ਵੀ ਬਲ ਪੈਂਦਾ ਮਲ ਰਿਹਾ ਹੈ ਚਿੱਕੜ ਨੂੰ। ਮੱਜਤ ਮਹਾ ਚਾਂਪ ਕੋ ਧਰ ਕਰ। ਤੇ ਬੜੀ ਇੱਛਾ ਜੀ ਰੱਖ ਕੇ, ਖੁਸ਼ੀ ਤੇ ਸ਼ਰਧਾ ਹੈ ਨਾ, ਸ਼ਰਧਾ ਰੱਖ ਕੇ ਬੜੀ ਇੱਛਾ ਨਾਲ ਇਹ ਪਿੰਗਲਾ ਆਪਦਾ ਸਰੀਰ ਧੋਂਦਾ ਹੈ। ਕਰ ਪਗ ਜੁਗ ਗਰ ਗਰ ਗਿਰ ਪਰੇ। ਜਿਹੜੇ ਇਸ ਪਿੰਗਲੇ ਦੇ ਹੱਥ ਦੋਵੇਂ ਤੇ ਦੋਵੇਂ ਜਿਹੜੇ ਪੈਰ ਗਲ ਕੇ ਕੋੜ ਦੇ ਨਾਲ ਬੜੇ ਸਾਲ ਪਹਿਲਾਂ ਹੀ ਝੜ ਚੁੱਕੇ ਸਨ। ਤਤ ਛਿਨ ਪਏ ਔਰਜ ਸਮਸਰੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਐਸੀ ਦਇਆ ਹੋਈ, ਦੁੱਖ ਪੰਜਣ ਬੇਰ ਸਾਹਿਬ ਦੇ ਹੇਠ ਇਸ਼ਨਾਨ ਕਰਨ ਦੀ ਦੇਰ ਸੀ। ਜਿਹੜੇ ਕੋੜੇ ਦੇ ਦੋਵੇਂ ਹੱਥ ਤੇ ਦੋਵੇਂ ਪੈਰ ਕਈ ਸਾਲ ਪਹਿਲਾਂ ਕੋੜ ਨਾਲ ਗਲ ਕੇ ਝੜ ਚੁੱਕੇ ਸੀ, ਇਹ ਕੋੜਾ ਅੱਖਾਂ ਨਾਲ ਵੇਖਦਾ, ਫਿਰ ਉਹ ਦੋਵੇਂ ਹੱਥ ਵੀ ਦੀਦੇ ਆ ਤੇ ਦੋਵੇਂ ਪੈਰ ਵੀ ਸਲਾਮਤ ਹਨ। ਸਕਲ ਅੰਗ ਤੇ ਰੋਗ ਨਸਾਇਓ। ਤੇ ਬਾਕੀ ਸਾਰੇ ਸਰੀਰ ਤੇ ਜਿਹੜੇ ਨਿਸ਼ਾਨ ਸੀ ਨਾ ਕੋੜ ਦੇ, ਪਾਕ ਵਹਿੰਦੀ ਸੀ, ਜ਼ਖਮ ਆਦਿਕ, ਕੁਝ ਸਮੇਂ ਵਿੱਚ ਸਭ ਨਾਸ਼ ਹੋ ਗਏ ਐ। ਕੰਚਨ ਬਰਨ ਰੰਗ ਮਨ ਪਾਇਓ। ਤੇ ਲਾਲ ਸੂਹਾ ਇਹਦਾ ਰੰਗ ਹੈ ਤੇ ਸਰੀਰ ਇਸ ਕੋੜੇ ਦਾ 6 ਫੁੱਟਾ ਕੱਦ ਹੈ ਤੇ ਬਹੁਤ ਦਗਦਗ ਕਰਦਾ ਚਿਹਰਾ ਹੈ। ਲਾਲ ਸੂਹਾ ਇਸ ਦਾ ਰੰਗ ਹੈ ਤੇ ਬੜਾ ਸੁੰਦਰ ਸਰੀਰ, ਮਾਨੋ ਕੰਚਨ ਵਰਗੀ ਦੇਹੀ ਹੈ। ਦੋਹਰਾ ਪਿੰਗਲ ਮੱਜਨ ਜਬ ਕਰਿਓ। ਤੋ ਕਵੀ ਜੀ ਕਹਿੰਦੇ ਸੁਣੋ ਭਾਈ ਸਰੋਤਿਓ, ਇਸ ਤਰ੍ਹਾਂ ਇਸ ਪਿੰਗਲੇ ਕੋੜੇ ਨੇ ਜਦੋਂ ਇਸ ਪਾਵਨ ਤਲਾਬ ਵਿੱਚ ਇਸ਼ਨਾਨ ਕੀਤਾ ਹੈ, ਭਇਓ ਸਰੀਰ ਅਰੋਗ। ਇਹਦਾ ਸਾਰੇ ਦਾ ਸਾਰਾ ਸਰੀਰ ਅਰੋਗ ਹੋ ਗਿਆ, ਕੋਈ ਰੋਗ ਨਹੀਂ ਰਿਹਾ ਹੈ। ਬਿਸਮਤ ਬੁੱਧ ਮਹਿ ਦੇਖ ਫਲ। ਤੋ ਜਿਹੜੀ ਇਹਦੀ ਬੁੱਧ ਹੈ ਹੈਰਾਨ ਰਹਿ ਗਈ ਫਲ ਵੇਖ ਕੇ, ਵੀ ਇੱਕ ਟੋਬੇ ਵਿੱਚ ਬੇਰ ਹੈ ਹੇਠ ਇਸ਼ਨਾਨ ਕਰਨ ਦਾ, ਤਲਾਬ ਵਿੱਚ ਇੰਨਾ ਵੀ ਫਲ ਹੋ ਸਕਦਾ, ਵੀ ਹਜ਼ਾਰਾਂ ਜਿਹੜਾ ਵਾ ਗੁਣਾ ਫਲ ਵੀ ਕਈ ਸਾਲਾਂ ਤੋਂ ਝੜੇ ਹੋਏ ਅੰਗ ਪੈਰੀ ਦੁਬਾਰਾ ਉਗਾਉਣ। ਵੇਖ ਕੇ ਦੀ ਬੁੱਧ ਜਿਹੜੀ ਉਹ ਹੈਰਾਨ ਹੋ ਗਈ ਹੈ। ਕਰ ਆਨੰਦ ਹਰ ਸੋਗ। ਤੇ ਪਰ ਇਹਨਾਂ ਵੀ ਇਹਦਾ ਹੁਣ ਦੁੱਖ ਨਾਸ਼ ਹੋ ਗਏ ਸਾਰੇ, ਤੇ ਆਨੰਦ ਹੀ ਆਨੰਦ ਇਹਨੂੰ ਪ੍ਰਾਪਤ ਹੈ। ਚਾਉ ਪਈ ਮਨਹਾ ਪਾਨ ਅੰਮ੍ਰਿਤ ਕੋ ਕਰਿਓ। ਇਹ ਖੁਸ਼ ਐ ਹੋ ਰਿਹਾ ਵੀ ਮਾਨੋ ਵੀ ਕਿਸੇ ਬਜ਼ੁਰਗ ਨੇ ਜਾਂ ਰੋਗੀ ਨੇ ਅੰਮ੍ਰਿਤ ਪੀ ਲਿਆ ਹੋਵੇ। ਜਰਾ ਆਦਰਜ ਸਭ ਪਰ ਹਰਿਓ। ਕਿਸੇ ਬੁਢਾਪਾ ਦੂਰ ਹੋ ਜੇ ਨਾ, ਕਿਸੇ ਬੁੱਢੇ ਦਾ ਅੰਮ੍ਰਿਤ ਪੀ ਕੇ ਰੋਗੀ ਦਾ ਰੋਗ ਦੂਰ ਹੋ ਜੇ, ਇਸ ਤਰ੍ਹਾਂ ਇਹਨੂੰ ਪ੍ਰਤੀਤ ਹੋ ਰਿਹਾ ਹੈ। ਜਨ ਸਮਰੱਥ ਸੁਰ ਹੋਏ ਪ੍ਰਸੰਨ। ਤੇ ਇਹਨੂੰ ਐ ਲੱਗਦਾ ਵੀ ਜਿਵੇਂ ਕੋਈ ਬੜਾ ਸਮਰੱਥ ਬਲੀ ਦੇਵਤਾ ਇਹਦੇ ਤੇ ਖੁਸ਼ ਹੋਇਆ, ਤਰੁੱਠਿਆ ਹੋਇਆ ਹੈ। ਕਰਿਓ ਸ਼ਕਤ ਨਿਜ ਤੇ ਤਨ ਅੰਨ। ਤੇ ਉਹਨੇ ਆਪਦੀ ਸ਼ਕਤੀ ਦੇ ਨਾਲ ਹੋਰ ਦਾ ਹੋਰ ਹੀ ਸਰੀਰ ਇਹਦਾ ਬਣਾ ਦਿੱਤਾ ਹੋਵੇ। ਇਹ ਕੋੜਾ ਮਨ ਵਿੱਚ ਇਸ ਤਰ੍ਹਾਂ ਖੁਸ਼ ਹੋ ਰਿਹਾ ਹੈ। ਸੁੰਦਰਤਾ ਮੰਦਰ ਤਨ ਖੋਵਾ। ਤੇ ਸਰੀਰ ਇਹਦਾ ਇੰਨਾ ਹੈ ਵੀ ਜਿਵੇਂ ਸੁੰਦਰਤਾ ਦਾ ਮੰਦਰ ਖੋਵਾ ਨਹੀਂ ਹੋਵਾ, ਜਿਵੇਂ ਸਰੀਰ ਇਹਦਾ ਸੁੰਦਰਤਾ ਦਾ ਮੰਦਰ ਘਰ ਬਣ ਗਿਆ ਹੋਵੇ। ਅਖਲ ਬਿਕਾਰਨ ਕੋ ਤਬ ਖੋਵਾ। ਜਿੰਨੇ ਵਿਗਾੜ ਸੀ ਨਾ ਸਰੀਰ ਵਿੱਚ, ਕੋਈ ਨਿਸ਼ਾਨ ਟੋਏ ਪਏ ਹੋਏ, ਪਾਕ ਵਹਿੰਦੀ ਹੋਈ, ਉਹ ਹੱਥ ਪੈਰ ਜੇ ਝੜੇ ਹੋਏ, ਭੈੜਾ ਜਾਂ ਕਰੂਪ ਜਾਂ ਮੂੰਹ ਸਿਰ ਸੀ, ਉਹ ਸਾਰਾ ਹੀ ਇਸ ਕੋੜੇ ਦਾ ਨਾਸ਼ ਹੋ ਗਿਆ। ਸੋਹਣਾ ਸਰੀਰ ਮਿਲਿਆ ਹੈ। ਪ੍ਰਭੂ ਕਿਰਪਾ ਅਸ ਕਾਇਆ ਤਾਰੀ। ਐਸੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੀ ਦਇਆ ਹੋਈ, ਇਸ ਕੋੜੇ ਨੇ ਸੋਹਣੀ ਕੰਚਨ ਵਰਗੀ ਦੇਹੀ ਪ੍ਰਾਪਤ ਕੀਤੀ ਹੈ। ਜਿਸ ਤੇ ਹੋਏ ਨਾ ਸਕੈ ਚਿਨਾਰੀ। ਤੇ ਕਵੀ ਜੀ ਕਹਿੰਦੇ ਹੁਣ ਕੋਈ ਇਹਨੂੰ ਵੇਖੇ ਤੇ ਭਲਾ ਸਿਆਣੇਗਾ ਵੀ ਉਹੀ ਕੋੜਾ ਜਿਹੜਾ ਹੱਥ ਪੈਰ ਹੀ ਨਹੀਂ ਸਨ ਤੇ ਖਾਰੀ ਵਿੱਚ ਘਰ ਵਾਲੀ ਚੁੱਕੀ ਫਿਰਦੀ ਸੀ, ਨਾ ਉਹਦਾ ਹੱਥ ਪੈਰ, ਮੂੰਹ ਚੋਂ ਪਾਕ ਵਹਿੰਦੀ, ਸਾਰਾ ਸਰੀਰ ਗਲਿਆ ਹੋਇਆ। ਤੇ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਦਇਆ ਹੋਈ ਵੀ ਹੁਣ ਕੋਈ ਵੇਖੇ ਨਾ ਕੋੜੇ ਨੂੰ ਤਾਂ ਸਿਆਣੇਗਾ ਨਹੀਂ ਵੀ ਉਹੀ ਕੋੜਾ ਹੈ ਜਿਹੜਾ ਘਰਾਂ ਘਰਾਂ ਚੋਂ ਮੰਗਦਾ, ਮੰਗ ਮੰਗ ਕੇ ਖਾਂਦਾ ਹੈ। ਨਾਖੋ ਸਿਖ ਤੇ ਬੋਰਿਓ ਨਿਜ ਗਾਤ। ਤੇ ਇਸ ਤਰ੍ਹਾਂ ਪੂਰਾ ਹੀ ਸਭ ਕੁਝ ਹੋ ਗਿਆ। ਸੋਹਣੇ ਨਹੁੰ ਹੈ, ਪਾਵ ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਤੇ ਸਿਰ ਤੱਕ ਇਹਨੇ ਸਾਰੇ ਸਰੀਰ ਦੀ ਟੁੱਬੀ ਲਾਈ, ਭਾਵ ਜਿਵੇਂ ਇਸ਼ਨਾਨ ਕਰਦਾ ਉਹ ਠੀਕ ਹੋਈ ਜਾਂਦਾ ਸੀ, ਤੇ ਪੈਰ ਤੋਂ ਲੈ ਕਰਕੇ ਨਾ ਅੰਗੂਠੇ ਤੋਂ ਸਾਰਾ ਸਰੀਰ ਸਮੇਤ ਕੇਸੀ ਇਸ਼ਨਾਨ ਸਮੇਤ ਸਰੀਰ ਇਸ਼ਨਾਨ ਕੀਤਾ। ਬਾਰ ਬਾਰ ਮੱਜਤ ਹਰ ਖਾਤ। ਤੇ ਖੁਸ਼ ਹੁੰਦਾ ਹੈ,
ਨਾਲੇ ਹੱਸਦਾ ਹੈ ਤੇ ਵਾਰ-ਵਾਰ ਟੁੱਬੀਆਂ ਲਾਉਂਦਾ ਹੈ, ਇਸ਼ਨਾਨ ਕਰਦਾ ਹੈ, ਸਰੀਰ ਮਲਦਾ ਹੈ। ਜਥਾ ਅਚਾਨਕ ਨਰਕੀ ਜੀਵ। ਤੇ ਖੁਸ਼ੀ ਇਹ ਕੋੜੇ ਨੂੰ ਇੰਨੀ ਹੈ, ਕਵੀ ਜੀ ਕਹਿੰਦੇ ਵੀ ਜਿਵੇਂ ਕੋਈ ਬੜੇ ਸਾਲਾਂ ਤੋਂ ਨਰਕਾਂ ਵਿੱਚ ਪਿਆ ਹੋਵੇ ਸੁਰਗੀ ਬਨ ਹੈ ਮਹਾ ਸੁਖ ਥੀਵ। ਤੇ ਉਹ ਪਰਮੇਸ਼ਰ ਉਹਨੂੰ ਕੱਢ ਕੇ ਤੇ ਸਵਰਗ ਵਿੱਚ ਭੇਜ ਦੇਵੇ, ਮਹਾਨ ਸੁਖ ਵੇਖਿਓ। ਨਰਕਾਂ ਵਿੱਚ ਪਏ ਹੋਏ ਕੋੜੇ ਨੂੰ ਕੋ ਕੱਢ ਕੇ ਸਵਰਗ ਵਿੱਚ ਭੇਜ ਦਿਓ, ਜਿੰਨੀ ਖੁਸ਼ੀ ਹੁੰਦੀ ਉਨੀ ਇਸ ਕੋੜੇ ਨੂੰ ਹੋ ਰਹੀ ਹੈ। ਸੋਹਣਾ ਸਰੀਰ ਪ੍ਰਾਪਤ ਕਰੇ ਤੇ ਜਨਮ ਰੰਕ ਚਿੰਤਾ ਮਨ ਪਾਈ। ਇਸ ਤਰ੍ਹਾਂ ਖੁਸ਼ੀ ਹੁੰਦੀ ਜਿਵੇਂ ਜਮਾਂਦਰੋਂ ਹੀ ਕੋਈ ਨੰਗ ਬਲੰਗ ਕੰਗਾਲ ਹੋਵੇ ਤੇ ਉਹਨੂੰ ਕੋਈ ਤਖਤ ਤੇ ਬਿਠਾ ਦੇਵੇ, ਰਾਜਾ ਬਣਾ ਦੇਵੇ। ਹਰਖਿਓ ਜਿਮ ਨਵ ਨਿਧ ਘਰ ਆਈ। ਜਿਵੇਂ ਕੋਈ ਬਹੁਤ ਗਰੀਬ ਕੰਗਾਲ ਖੁਸ਼ ਹੋਵੇ ਕਿ ਨਾ ਵੀ ਉਹਦੇ ਘਰ ਕੋਈ 9 ਨਿਧੀਆਂ 18 ਸਿੱਧੀਆਂ ਆ ਜਾਣ, ਇੰਨਾ ਇਹ ਪਿੰਗਲਾ ਖੁਸ਼ ਹੁੰਦਾ ਹੈ। ਬਸਤਰ ਵਿਭੂਖਣ ਸੁੰਦਰ ਜੋਗ। ਤੇ ਇਹ ਪਿੰਗਲਾ ਵਿਚਾਰਾ ਵੀ ਹੁਣ ਸਰੀਰ ਇਹਦਾ ਹੋ ਗਿਆ 9x9 ਤੇ ਗਹਿਣੇ ਤੇ ਸੋਹਣੇ ਪਹਿਨਣ ਦੇ ਯੋਗ ਹੋ ਗਿਆ, ਵੀ ਅੱਗੇ ਹੁਣ ਕੋਈ ਪਿੰਗਲਾ ਗਹਿਣਾ ਪਹਿਣੀ ਫਿਰੇ, ਕੋਈ ਸੋਹਣਾ ਲੀੜਾ ਪਾਲਿਆ, ਅਗਲਾ ਆਖੂ ਵਜ੍ਹਾ ਵੇਖ ਇਹਦੀ ਤੇ ਗਹਿਣੇ ਪਾਉਂਦਾ। ਤੇ ਰੀਝ ਇਹਨੂੰ ਵੀ ਹੈ, ਇਸ ਕਰਕੇ ਹੁਣ ਸਰੀਰ ਹੁਣ ਵੇਖਣ ਵਾਲਾ ਇਹਦਾ ਵੀ ਸਰੀਰ ਇਹਦਾ ਯੋਗ ਹੋ ਗਿਆ ਗਹਿਣੇ ਆਦਿਕ ਪਾਵਣ ਦੇ। ਤਿਸ ਬਦਰੀ ਤਰ ਕੇ ਤਰ ਥਿਰਿਓ। ਤੇ ਇਹ ਜਿਹੜੀ ਦੁੱਖ ਭੰਜਨ ਸਾਹਿਬ ਬੇਰ ਸਾਹਿਬ ਹੈ, ਇਹਦੇ ਹੇਠਾਂ ਇਹ ਜਿਹੜਾ ਹੈ ਪਿੰਗਲਾ ਬੈਠਾ ਹੈ। ਖਾਰੀ ਉਲਟ ਸੋ ਆਸਣ ਕਰਿਓ। ਤੇ ਜਦੋਂ ਠੀਕ ਹੋ ਗਿਆ ਫਿਰ ਆਪਦੇ ਪੈਰਾਂ ਨਾਲ ਸਰੋਵਰ ਚੋਂ ਬਾਹਰ ਨਿਕਲਿਆ। ਜਿਹੜੀ ਉਹ ਖਾਰੀ ਜਿਹੇ ਚ ਬਹਿ ਕੇ ਰਹਿੰਦਾ ਸੀ ਉਹ ਕੋੜਾ, ਉਹ ਖਾਰੀ ਜੀ ਫੜ ਕੇ ਮੁੱਧੀ ਮਾਰ ਲਈ ਤੇ ਜਿਵੇਂ ਕੋਈ ਰਾਜਾ ਨਾ ਬਹਿੰਦਾ ਆਸਣ ਲਾ ਕੇ, ਕਹਿੰਦੇ ਐ ਲੱਤ ਤੇ ਲੱਤ ਰੱਖ ਕੇ ਬਹਿ ਗਿਆ ਹੈ। ਬੈਠ ਰਹਿਓ ਮਨ ਮੋਦ ਬਢਾਇਓ। ਤੇ ਮਨ ਵਿੱਚ ਬਹੁਤ ਆਨੰਦ ਪ੍ਰਾਪਤ ਕਰਕੇ ਬੈਠਾ ਹੈ। ਇਉਂ ਉਹ ਜਿਹੜੀ ਖਾਰੀ ਜੀ ਉਹ ਮਾਰੀ ਚੁੱਕ ਕੇ ਮੁੱਧੀ ਤੇ ਲੱਤ ਰੱਖ ਕੇ ਜਿਹੜਾ ਇਹ ਹੁਣ ਬੈਠਾ, ਜਿਵੇਂ ਕੋਈ ਬੜਾ ਮਹਾਰਾਜਾ ਬਹਿੰਦਾ ਹੈ। ਪ੍ਰਿਆ ਪ੍ਰਤੀਖਤ ਦ੍ਰਿਗ ਤਿਤ ਲਾਏ। ਤੇ ਉਡੀਕਦਾ ਤੁੰਗ ਪਿੰਡ ਵੱਲ ਵੇਂਦਾ ਵੀ ਕਦੋਂ ਮੇਰੀ ਘਰ ਵਾਲੀ ਆਵੇਗੀ। ਭਿਖਿਆ ਤੁੰਗ ਗ੍ਰਾਮ ਤੇ ਲੀਨ। ਆ ਜਿਹੜੀ ਮੇਰੀ ਪਤਨੀ ਤੁੰਗ ਪਿੰਡ ਤੋਂ ਭੀਖਿਆ ਲੈਣ ਵਾਸਤੇ ਗਈ ਹੈ। ਰਾਜ ਕੋਇਰ ਪਤ ਬ੍ਰਿਤਾ ਪ੍ਰਬੀਨ। ਇਧਰ ਜਿਹੜੀ ਬੀਬੀ ਰਾਜ ਕੌਰ ਹੈ ਬੜੀ ਪਤਬ੍ਰਤਾ ਹੈ, ਬੜੀ ਸਿਆਣੀ ਹੈ। ਆਪਣੇ ਧਰਮ ਵਿਖੈ ਸਾਵਧਾਨਾ। ਤੇ ਆਪਦੇ ਪਤੀਵ੍ਰਤਾ ਧਰਮ ਵਿੱਚ ਬੜੀ ਇਕਾਗਰ ਸਾਵਧਾਨ ਹੈ। ਨਿਜ ਪਤ ਬਿਨ ਕਬ ਕਹਿ ਚਾਹੈ ਨਾ ਆਨਾ। ਭਾਵੇਂ ਦਾ ਪਤੀ ਕਵੀ ਜੀ ਕਹਿੰਦੇ ਕੋੜਾ ਹੀ ਹੈ, ਪਰ ਆਪਦੇ ਪਤੀ ਤੋਂ ਬਿਨਾ ਇਹ ਨਹੀਂ ਹੈ ਵੀ ਮਨ ਵਿੱਚ ਪਰਪੁਰਖ ਦਾ ਫੁਰਨਾ ਵੀ ਆਉਂਦਾ ਹੋਵੇ। ਐਡੀ ਇਹ ਸਤੀ ਮਾਈ ਬੀਬੀ ਰਜਨੀ ਹੈ। ਖੇਦ ਵਿਸ਼ਾਲ ਸਹਿ ਸਭ ਤਨ ਮੈਂ। ਆਪਦੇ ਸਰੀਰ ਤੇ ਦੁੱਖ ਬੜੇ ਭਾਰੇ ਭਾਰੇ ਸਹੇ ਹੈ। ਕੋੜੇ ਨਾਲ ਵਿਵਾਹ ਹੋਇਆ ਤੇ ਖਾਰੀ ਵਿੱਚ ਬਹਾ ਕੇ ਪਿੰਡਾਂ ਚੋਂ ਰਾਜੇ ਦੀ ਧੀ ਨੇ ਮੰਗ ਕੇ ਖਾਧਾ, ਪਰ ਕਵੀ ਜੀ ਕਹਿੰਦੇ ਕੋੜੇ ਪਤੀ ਦੇ ਵਿੱਚ ਹੀ ਇਹਨੂੰ ਸੰਤੁਸ਼ਟੀ ਹੈ ਤੇ ਪਤੀਵ੍ਰਤਾ ਧਰਮ ਵਿੱਚ ਪੱਕੀ ਬੜੇ ਦੁੱਖ ਸਹੇ ਹਨ। ਤਉ ਨ ਡੋਲਤ ਹੈ ਕਬ ਮਨ ਮੈਂ। ਪਰ ਕਦੇ ਵੀ ਮਨ ਕਰਕੇ ਡੋਲੀ ਨਹੀਂ ਵੀ ਮੇਰੇ ਕਰਮਾਂ ਵਿੱਚ ਕੈਸਾ ਪਤੀ ਉਤੋਂ ਕਿੰਨੇ ਦੁੱਖ ਹਨ। ਨਿਰਭਉ ਦੁਹਿਤਾ ਆਪਦਾ ਅਸ ਚਾਲੀ। ਤੋ ਇਸ ਤਰ੍ਹਾਂ ਵੇਖੋ ਵੀ ਕਵੀ ਜੀ ਕਹਿੰਦੇ ਹੈ ਤਾਂ ਰਾਜੇ ਦੀ ਪੁੱਤਰੀ, ਰਾਜੇ ਦੀ ਧੀ ਹੋ ਕਰਕੇ ਕਿੱਡੀ ਭਾਰੀ ਇਹਨੇ ਜਿਹੜੀ ਵੇ ਔਂਕੜ ਬਿਪਤਾ ਝੱਲੀ ਹੈ। ਤਉ ਧਰਮ ਤੇ ਪਈ ਨ ਖਾਲੀ। ਪਰ ਧਰਮ ਤੋਂ ਖਾਲੀ ਨਹੀਂ ਹੋਈ, ਮਨ ਵਿੱਚ ਧਰਮ ਪੂਰਾ ਰੱਖਿਆ। ਪਤੀ ਦੀ ਸੇਵਾ ਪਰਮੇਸ਼ਰ ਜਾਣ ਕੇ ਕਰਦੀ ਹੈ। ਜਬ ਤਿਸ ਥਾਨ ਆਨ ਕਰ ਦੇਖਾ। ਤੇ ਜਦੋਂ ਇਹ ਮੰਗ ਕੇ ਤੁੰਗ ਪਿੰਡ ਚੋਂ ਭੀਖਿਆ ਪ੍ਰਸ਼ਾਦੇ ਲੈ ਕੇ ਭੋਜਨ ਆਈ ਤੇ ਆ ਕੇ ਉੱਥੇ ਵੇਖਿਆ ਹੈ ਬੈਠਿਓ ਸੁੰਦਰ ਪੁਰਖ ਵਿਸ਼ੇਖਾ। ਵੀ ਇੱਕ ਬਹੁਤ ਸੋਹਣਾ ਨੌਜਵਾਨ ਲੜਕਾ, ਦਗਦਾ ਕਰਦਾ ਚਿਹਰਾ, ਲਾਲ ਗੁਲਾਬੀ ਰੰਗ ਹੈ ਤੇ ਉੱਥੇ ਖਾਰੀ ਜੀ ਮੁੱਧੀ ਮਾਰੀ ਹੋਈ ਹੈ ਤੇ ਉਹ ਲੱਤ ਤੇ ਲੱਤ ਰੱਖ ਕੇ ਬੈਠਾ ਹੈ। ਇਹ ਕਿਆ ਭਇਓ ਨਾ ਜਾਣਿਓ ਜਾਏ। ਤੇ ਹੁਣ ਇਹ ਵਿਚਾਰੀ ਜਾਣਦੀ ਨਹੀਂ, ਵੇਖ ਕੇ ਚਿਹਰੇ ਦੇ ਰੰਗ ਉੱਡ ਗਏ ਵੀ ਇਹ ਕੀ ਬਣਿਆ ਹੋਵੇ। ਕੁਝ ਜਾਣਿਆ ਨਹੀਂ ਜਾਂਦਾ ਕੌਣ ਆਣ ਬੈਠਾ ਹੈ। ਮਮ ਪਤ ਨਹਿ ਦੀ ਸਤ ਇਸ ਥਾਏ। ਤੇ ਬੇਰੀਆਂ ਦੇ ਵਿੱਚ ਪਾਸੇ ਵੇਂਦੀ ਹੈ ਵੀ ਮੇਰਾ ਪਤੀ ਪਿੰਗਲਾ ਨਹੀਂ ਦਿਸਦਾ ਇਸ ਥਾਂ ਤੇ। ਇਹੋ ਕੋ ਬੈਠਿਓ ਆਗਹ ਗਨ ਕਰਤਾ। ਵੀ ਮਨ ਚ ਵਿਚਾਰਦੀ ਵੀ ਇਹ ਤਾਂ ਕੋਈ ਬਹੁਤਾ ਹੀ ਪਾਪੀ ਜਿਹੜਾ ਨਾ ਪਾਪ ਕਰਨ ਵਾਲਾ ਪੁਰਸ਼ ਕੋਈ ਮਨ ਵਿੱਚ ਮੰਦ ਵਾਸ਼ਨਾ ਰੱਖ ਕੇ ਆਣ ਬੈਠਾ ਹੈ। ਲਖੀਅਤ ਮਮ ਭਰਤਾ ਕੋ ਹਰਤਾ। ਤੇ ਇਉਂ ਮੈਨੂੰ ਲੱਗਦਾ ਵੀ ਇਹਨੇ ਮੇਰੇ ਘਰ ਵਾਲੇ ਪਿੰਗਲੇ ਨੂੰ ਮਾਰ ਦਿੱਤਾ, ਮਾੜੀ ਨੀਤ ਰੱਖ ਕੇ। ਸੁਖ ਚ ਦੂਰ ਤੇ ਊਚ ਉਚਾਰੀ। ਤੇ ਦੂਰ ਖੜ ਕੇ ਵਿਚਾਰੀ ਥੋੜੀ ਜਿਹੀ ਘਬਰਾਈ ਹੈ,
ਤੇ ਦੂਰੋਂ ਖੜਕੀ ਬੀਬੀ ਰਜਨੀ ਬੋਲੀ ਐ। ਕੋ ਤੂੰ ਹੈ ਇਹੋ ਇਹਾਂ ਤੇ ਦੁਰਚਾਰੀ। ਲਾਗੇ ਨਹੀਂ ਹੋਈ, ਦੂਰੋਂ ਕਹਿੰਦੀ ਆ, ਉਹ ਭਾਈ ਪਾਪ ਕਰਨ ਵਾਲਿਆ, ਕੌਣ ਹੈ ਤੂੰ ਦੁਰਾਚਾਰੀ ਪਾਪੀ ਇੱਥੇ ਆਇਆ ਹੋਇਆ? ਮਮ ਪਤ ਕਹਾਂ ਇਹਾਂ ਤਜ ਗਈ। ਤੇ ਮੈਂ ਆਪਦੇ ਘਰ ਵਾਲੇ ਨੂੰ ਇੱਥੇ ਲਾਹ ਕੇ ਛੱਡ ਕੇ ਗਈ ਸੀ, ਪਿੰਗਲੇ ਨੂੰ ਖਾਰੀ ਚ ਬਹਾ ਕੇ, ਤੇ ਉਹ ਖਾਰੀ ਤੂੰ ਮੂਧੀ ਮਾਰੀ ਹੋਈ ਆ। ਤੂੰ ਕੌਣ ਹੈ ਭਾਈ? ਕੀ ਤੇਰੇ ਮਨ ਵਿੱਚ ਪਾਪ ਹੈ? ਤੇ ਮੇਰਾ ਘਰ ਵਾਲਾ ਦੱਸ ਹੁਣ ਕਿੱਥੇ ਹੈ? ਤੁੰਗ ਗ੍ਰਾਮ ਤੇ ਤੂਰਨ ਆਈ। ਵੀ ਮੈਂ ਹੁਣੇ ਹੀ ਅਜੇ ਉਹਨੂੰ ਛੱਡ ਕੇ ਇੱਥੋਂ ਗਈ ਆ, ਤੇ ਕੁਝ ਪ੍ਰਸ਼ਾਦੇ ਮੰਗ ਕੇ 2-4 ਘਰਾਂ ਚੋਂ ਮੈਂ ਹੁਣੇ ਵਾਪਸ ਮੁੜ ਆਈ ਹਾਂ। ਅਬ ਮੈਂ ਕਰਾਂ ਪੁਕਾਰ ਉਦਾਰਾ। ਤੇ ਇੰਨੇ ਸਮੇਂ ਵਿੱਚ ਦੱਸ ਮੇਰਾ ਘਰ ਵਾਲਾ ਕਿੱਧਰ ਗਿਆ ਹੈ? ਤੂੰ ਇੱਥੇ ਉਹਦੀ ਖਾਰੀ ਮੂਧੀ ਮਾਰ ਕੇ ਉੱਤੇ ਚੜਿਆ ਬੈਠਾ। ਜਾਂ ਤਾਂ ਦੱਸ ਦੇ ਤੂੰ ਕੌਣ ਹੈ, ਤੇ ਨਹੀਂ ਤਾਂ ਮੈਂ ਫਿਰ ਰਾਜੇ ਦੇ ਦਰ ਤੇ ਪੁਕਾਰ ਕਰਾਂਗੀ, ਗਹਿ ਲੈ ਹਾਂ ਜੇ ਕੀਨ ਸੰਘਾਰਾ। ਤੇ ਉਹ ਆਪੇ ਤੈਨੂੰ ਫੜ ਲਵੇਗਾ ਰਾਜਾ, ਕਿਉਂਕਿ ਤੂੰ ਮੇਰਾ ਪਤੀ ਮਾਰ ਦਿੱਤਾ ਹੈ। ਨਾਹੇ ਤਾਂ ਮੋਹੇ ਬਤਾਵਹ ਪਤ ਕੋ। ਜੇ ਨਹੀਂ ਮਾਰਿਆ ਤੇ ਫਿਰ ਮੈਨੂੰ ਦੱਸ, ਨਹੀਂ ਤਾਂ ਮੈਂ ਰਾਜੇ ਦੇ ਦਰ ਤੇ ਫਰਿਆਦ ਲਾਵਾਂਗੀ, ਪੇਸ਼ ਹੋਵਾਂਗੀ। ਦੱਸ ਮੇਰਾ ਘਰ ਵਾਲਾ ਕਿੱਥੇ ਹੈ? ਰਹਿਓ ਜੀਅਤ ਜੇ ਕੀਓ ਇਤ ਉਤ ਕੋ। ਦੱਸ ਜੇ ਮੇਰਾ ਘਰ ਵਾਲਾ ਜਿਉਂਦਾ ਤੇ ਇੱਧਰ ਉੱਧਰ ਵੀ ਕੀਤਾ, ਤੇ ਤਾਂ ਵੀ ਦੱਸ ਦੇਣਾ, ਕਰ ਛੁੱਟ ਜਾਵੇਂਗਾ। ਤੂਰਨ ਕਰ ਨਹਿ ਬਿਲਮ ਲਗਾਵਹ। ਛੇਤੀ ਕਰ, ਮੈਨੂੰ ਮੇਰਾ ਪਤੀ ਦੱਸ ਕਿੱਥੇ ਹੈ? ਵੀ ਜੇ ਮਾਰਤਾ ਹੈ ਤੇ ਫਿਰ ਮੈਂ ਜਾਨੀ, ਇਹ ਵੀ ਦੱਸ ਦੇ ਮਾਰਤਾ। ਜੇ ਨਹੀਂ ਮਾਰਿਆ, ਕਿਤੇ ਇੱਧਰ ਉੱਧਰ ਲੁਕਾਇਆ, ਤੇ ਫਿਰ ਮੈਨੂੰ ਦੱਸ, ਨਹੀਂ ਤਾਂ ਮੈਂ ਰਾਜੇ ਪਾਸ ਜਾਵਾਂਗੀ। ਮਮ ਪਰਤਾ ਕੋ ਆਂਖ ਦਿਖਾਵਹ। ਹਾਂ, ਮੈਨੂੰ ਮੇਰੀਆਂ ਅੱਖਾਂ ਦੇ ਨਾਲ ਮੇਰਾ ਪਤੀ ਵਿਖਾ ਦੇਣਾ ਕਰ। ਸੁਨਤ ਪੀਆ ਨੇ ਕੀਨ ਬਖਾਨ। ਹੁਣ ਹੈ ਤਾਂ ਇਹ ਬੀਬੀ ਰਜਨੀ ਦਾ ਪਤੀ ਹੋਈ, ਪਿੰਗਲਾ, ਪਰ ਸਰੀਰ ਹੁਣ ਬਿਲਕੁਲ ਦਰੁਸਤ ਹੈ। ਤੇ ਉਹ ਬੋਲਿਆ ਹੈ ਇਸ ਤਰ੍ਹਾਂ ਇਸ ਮਾਈ ਦੇ ਤਾਈ। ਮੈਂ ਤੇਰੋ ਪਤ ਲੇਹੋ ਪਛਾਨ। ਕਹਿੰਦਾ, ਹੈ ਰਜਨੀ ਰਾਜ ਕਰ, ਮੈਂ ਹੀ ਤੇਰਾ ਪਤੀ ਆ, ਧਿਆਨ ਨਾਲ ਵੇਖ, ਮੈਨੂੰ ਪਛਾਨਣਾ ਕਰ। ਹੇ ਤਰਸ ਅੱਗੇ ਭਰਮ ਨ ਕੀਜਹਿ। ਆਹੇ ਮੇਰੀ ਘਰ ਵਾਲੀ, ਤੂੰ ਭਰਮ ਨਾ ਕਰ ਇਸ ਗੱਲ ਦਾ ਵੀ ਮੈਂ ਹੀ ਤੇਰਾ ਪਤੀ ਹਾਂ। ਹੇ ਪਤ ਬ੍ਰਤੇ ਬ੍ਰਤੰਤ ਸੁਨੀਜਹਿ। ਹੇ ਪਤੀ ਬ੍ਰਤਾ ਰਾਜ ਕੌਰ, ਮੈਂ ਤੇਰਾ ਪਤੀ ਇਉਂ ਐ ਵੀ ਤੂੰ ਪਛਾਣਦੀ ਨਹੀਂ, ਤੇ ਉਹ ਸਾਰਾ ਬਿਰਤਾਂਤ ਮੈਥੋਂ ਸੁਣਨਾ ਕਰ। ਪੂਰਬ ਭਾਗ ਜਗੇ ਅਬ ਮੇਰੇ। ਵੀ ਅੱਜ ਤਾਂ ਕਿਤੇ ਪਿਛਲੇ ਹੀ ਭਾਗ ਜਿਹੜੇ ਆ ਮੇਰੇ ਜਾਗ ਪਏ ਹਨ, ਫਲ ਪ੍ਰਾਪਤ ਆਉਚਕ ਇਸ ਬੇਰੇ। ਤੇ ਅਚਾਨਕ ਹੀ ਮੈਨੂੰ ਪਿਛਲੇ ਕੀਤੇ ਹੋਏ ਚੰਗੇ ਕਰਮਾਂ ਦਾ ਅੱਜ ਫਲ ਮਿਲ ਗਿਆ ਹੈ। ਕਰਤ ਇਸ਼ਨਾਨ ਕਾਕ ਮਹਿਰਾ। ਗੱਲ ਇਹ ਹੈ ਵੀ ਇੱਥੇ ਜਦੋਂ ਛੱਡ ਕੇ ਮੈਨੂੰ ਗਈ ਆ ਨਾ ਤੂੰ, ਇੱਕ ਕਾਂ ਮੈਂ ਇੱਥੇ ਇਸ਼ਨਾਨ ਕਰਦਾ ਇਸ ਬੇਰ ਦੇ ਹੇਠਾਂ ਵੇਖਿਆ, ਟੋਭੇ ਵਿੱਚ। ਭਇਓ ਹੰਸ ਸਿਤ ਵਰਨ ਬਡੇਰਾ। ਤੇ ਉਹ ਕਾਂ ਬਣ ਕੇ ਵੜਿਆ, ਤੇ ਚਿੱਟਾ ਹੰਸ ਬਣ ਕੇ ਨਿਕਲ ਆਇਆ, ਮੈਂ ਵੇਖਿਆ। ਏਸੋ ਜਲ ਕੋ ਫਲ ਮੈਂ ਤਬ ਜਾਨਾ। ਤੇ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਕੋਈ ਕਰਾਮਾਤੀ ਜਲ ਹੈ, ਇਹਦਾ ਮਹਾਤਮ ਫੇਰ ਮੈਂ ਜਾਣਿਆ ਹੈ। ਨੀਠ ਨੀਠ ਤ੍ਰਤ ਆਨ ਸ਼ਨਾਨਾ। ਤੇ ਫਿਰ ਮੈਂ ਹੌਲੀ ਹੌਲੀ ਧੂੰਦਾ ਸਰੀਰ ਨੂੰ ਖਾਰੀ ਚੋਂ ਉਤਰ ਕੇ ਤੇ ਆ ਕੇ ਇੱਥੇ ਇਸ਼ਨਾਨ ਕਰ ਲਿਆ ਹੈ। ਭਇਓ ਅਰੋਗ ਅੰਗ ਤਨ ਸੁੰਦਰ। ਤੇ ਇਸ਼ਨਾਨ ਕਰਨ ਦੀ ਦੇਰ ਸੀ ਹੈ ਮੇਰੀ ਅਰਧਾਂਗਣੀ, ਇੰਨੇ ਸਮੇਂ ਦੇ ਵਿੱਚ ਹੀ ਮੇਰਾ ਸਰੀਰ ਸੁੰਦਰ ਹੋ ਗਿਆ। ਵੇਖ ਤੇਰੇ ਸਾਹਮਣੇ ਕੰਚਨ ਵਰਗੀ ਦੇਹੀ ਮਿਲੀ ਐ। ਮੈਂ ਪਤ ਸੋ ਨਾ ਭਰਮ ਉਰੰਦਰ। ਹਾਂ, ਜਾਣਨਾ ਕਰ ਵੀ ਮਨ ਵਿੱਚ ਕੋਈ ਭਰਮ ਨਾ ਰੱਖ, ਮੈਂ ਤੇਰਾ ਹੀ ਘਰ ਵਾਲਾ ਪਤੀ ਹਾਂ। ਇਹ ਤਾਂ ਆ ਜਿਹੜਾ ਤਲਾਬ ਵਿੱਚ ਜਲ ਖੜਾ ਹੈ ਨਾ, ਇਹ ਤਾਂ ਇਸੇ ਦੀ ਕਰਾਮਾਤ ਕੋਈ ਵਰਤੀ ਹੈ। ਮੈਂ ਕਾਂ ਕਾਲਾ ਚਿੱਟਾ ਬਣਦਾ ਵੇਖਿਆ, ਫਿਰ ਮਨ ਵਿੱਚ ਵਿਚਾਰ ਆਈ ਵੀ ਜੇ ਕਾਂ ਕਾਲਾ ਚਿੱਟਾ ਹੋ ਸਕਦਾ ਤੇ ਮੈਂ ਕੋੜਾ ਨਾ ਠੀਕ ਹੋਵਾਂਗਾ। ਇਹ ਵਿਚਾਰ ਕਰਕੇ ਸ਼ਰਧਾ ਰੱਖ ਕੇ ਮੈਂ ਇਸ਼ਨਾਨ ਕੀਤਾ, ਤੇ ਆ ਸਾਰਾ ਕੌਤਕ ਤੈਨੂੰ ਦੱਸਿਆ ਵੀ ਤੇਰਾ ਹੀ ਪਤੀ ਆ, ਵੇਖ ਸਰੀਰ ਤੇਰੇ ਸਾਹਮਣੇ ਆ। ਇਸ ਤਰ੍ਹਾਂ ਤੂੰ ਭਰਮ ਨਾ ਕਰਨਾ ਕਰ। ਮਿਲਹ ਆਨ ਮੋ ਕਹ ਅਬ ਪਿਆਰੀ। ਹੇ ਮੇਰੇ ਪਰਮ ਪ੍ਰਿਯ ਪਤਨੀ, ਆਣ ਆ ਤੂੰ ਮੇਰੇ ਪਾਸ ਦੂਰ ਕਿਉਂ ਖਲੀ ਹੈ। ਤਵ ਪ੍ਰਤਾਪ ਮੁਝ ਪਾ ਸੁਖ ਪਾਰੀ। ਵੀ ਗੱਲ ਹੈ ਵੀ ਤੇਰੇ ਪਤੀ ਬ੍ਰਤਾ ਪ੍ਰਤਾਪ ਕਰਕੇ ਅੱਜ ਮੇਰੀ ਇਹ ਹਾਲਤ ਹੈ, ਮੈਨੂੰ ਇਹ ਸਰੀਰ ਮਿਲਿਆ ਹੈ। ਸੁਣਤ ਰਿਸ਼ੀ ਬਚ ਊਚ ਉਚਾਰਾ। ਸੁਣ ਕੇ ਬੀਬੀ ਰਜਨੀ ਹੋਰ ਗੁੱਸੇ ਹੋਈ ਵੀ ਇਹ ਬੜੇ ਝੂਠ ਬੋਲਦਾ, ਵੀ ਐਂ ਕਿਵੇਂ ਹੋ ਸਕਦਾ, ਤੇ ਉੱਚੀ ਬੋਲੀ ਹੈ। ਮੁਝ ਹਿਤ ਤੈ ਮੇਰੋ ਪਤ ਮਾਰਾ। ਕਹਿੰਦੇ ਮੈਨੂੰ ਪਤਾ ਹੈ ਵੀ ਮੈਨੂੰ ਪ੍ਰਾਪਤ ਕਰਨ ਵਾਸਤੇ ਬੇਈਮਾਨ ਹੋਏ ਨੇ, ਤੈਂ ਮੇਰਾ ਘਰ ਵਾਲਾ ਮਾਰ ਦਿੱਤਾ ਹੈ। ਕੈਸੇ ਕੁਸ਼ਟ ਜੁਗਤ ਅਸ ਹੋਵਤ। ਮੈਂ ਕਿਵੇਂ ਮੰਨ ਲਵਾਂ, ਕਦੇ ਕੋੜੇ ਵੀ ਰਾਜੀ ਹੋਏ ਐ,
ਤੂੰ ਕਿੰਨਿਆਂ ਸਮਿਆਂ ਦਾ ਕੋੜੀ ਤੇ ਮੇਰਾ ਪਤੀ, ਕਿੰਨੇ ਸਮੇਂ ਦਾ ਕੋੜੀ, ਤੇ ਜੇ ਤੂੰ ਕਹਿਣਾ ਹੁਣ ਤੇਰਾ ਤਾਂ ਸਰੂਪ ਹੀ ਨਹੀਂ ਰਲਦਾ ਮੇਰੇ ਪਤੀ ਨਾਲ, ਉੱਚਾ ਲੰਮਾ ਹੈ, ਤੇ ਕਦੇ ਵੇਖਿਆ ਵੀ ਐ ਕਦੇ ਕੋੜੀ ਰਾਜੀ ਹੁੰਦਾ ਹੋਵੇ। ਕਰ ਪਗ ਬਿਨ ਕੇ ਕਰ ਪਗ ਹੋ ਜੋਵਤ। ਵੀ ਜਿਹਨੂੰ ਮੈਂ ਵੇਖਿਆ ਉਹਦੇ ਨਾਲ ਉਹਦੇ ਹੱਥ ਸੀ ਦੋਵੇਂ, ਤੇ ਪੈਰ ਵੀ ਉਹਦੇ ਕੋੜ ਨਾਲ ਝੜੇ ਹੋਏ, ਤੇ ਤੇਰੇ ਦੋਵੇਂ ਪੈਰ ਆ ਤੇ ਹੱਥ ਵੀ ਤੇਰੇ ਆ, ਤੇ ਕਿੱਡਾ ਲੰਮਾ ਤੇਰਾ ਕੱਦ ਹੈ, ਕਿੰਨਾ ਤੂੰ ਸਰੂਪ ਤੇਰਾ ਸੁੰਦਰ ਹੈ, ਚਿਹਰੇ ਦੀ ਲਾਲੀ ਦਗ ਦਗ ਕਰਦੀ ਹੈ। ਉਹਦੇ ਤਾਂ ਹੱਥ ਪੈਰ ਹੀ ਨਹੀਂ ਸਨ, ਮੈਂ ਕਿਵੇਂ ਮੰਨ ਲਵਾਂ। ਨਹਿ ਨਿਸਚੇ ਚਿਤ ਆਵਹਿ ਮੋਹੀ। ਵੀ ਮੇਰੇ ਮਨ ਵਿੱਚ ਕੋਈ ਇਹ ਗੱਲ ਤੇਰੀ ਭਰੋਸੇ ਵਿੱਚ ਨਹੀਂ ਆਉਂਦੀ ਹੈ। ਆਘ ਕੀ ਸ਼ੰਕਾ ਹਵੈ ਬਿਚ ਤੋਹੀ। ਤੇ ਮੇਰੇ ਮਨ ਵਿੱਚ ਤਾਂ ਇਹ ਸ਼ੰਕਾ ਹੈ ਵੀ ਤੇਰੇ ਮਨ ਵਿੱਚ ਭਾਰੀ ਪਾਪ ਹੈ, ਤੇਰੇ ਮਨ ਵਿੱਚ ਮੈਨੂੰ ਪ੍ਰਾਪਤ ਕਰਨ ਦਾ। ਜੇ ਕਰ ਮੇਰੋ ਪਤ ਮਰ ਗਯੂ। ਇੱਕ ਸੁਣ ਲੈ ਭਾਈ, ਜੇ ਮੇਰਾ ਪਤੀ ਮਰ ਗਿਆ ਹੋਇਆ ਤਾਂ ਨਹਿ ਜੀਵਾ ਨਿਜ ਪ੍ਰਾਨਨ ਹਯੂ। ਤੇ ਮਤਾ ਖਿਆਲ ਕਰੀ, ਤੇਰਾ ਸੁੰਦਰ ਸਰੂਪ ਵੇਖ ਕੇ ਮੈਂ ਮੋਹੀ ਜਾਵਾਂਗੀ, ਮੈਂ ਆਪਦੇ ਪ੍ਰਾਣ ਵੀ ਆਪਦੇ ਪਤੀ ਦੇ ਪਿੱਛੇ ਹੀ ਦੇ ਦੇਵਾਂਗੀ। ਤੋਹੇ ਗਹਾਏ ਆਪ ਮਰ ਜਾਊ। ਹਾਂ, ਮੈਂ ਜਿਹੜਾ ਤੈਨੂੰ ਪਕੜਾਵਾਂਗੀ ਰਾਜੇ ਪਾਸ, ਤੇ ਆਪ ਕੁਝ ਖਾ ਕੇ ਮਰ ਜਾਵਾਂਗੀ। ਨਹਿ ਪਰ ਪੁਰਖ ਅੰਗ ਸੰਗ ਲਾਊ। ਪਰ ਮੈਂ ਕਦੇ ਵੀ ਪਰ ਪੁਰਖ ਨੂੰ ਸਪਰਸ਼ ਨਹੀਂ ਕਰਾਂਗੀ। ਇਤਿਆਦਿਕ ਉੱਚੇ ਬਚਟੇ ਰਤੋ। ਉੱਚੀ ਉੱਚੀ ਇਸ ਤਰ੍ਹਾਂ ਇਹ ਬੀਬੀ ਰਜਨੀ ਜਿਹੜੀ ਆ ਰੌਲਾ ਪਾਉਂਦੀ ਹੈ, ਉੱਚੀ ਉੱਚੀ ਇਹਦੇ ਨਾਲ ਲੜ ਰਹੀ ਹੈ। ਸੁਨ ਗਨ ਲੋਕ ਮਿਲੇ ਤਿਨ ਹੇਰਤ। ਤੇ ਸੁਣ ਕੇ ਜਿਹੜੀ ਕੁਝ ਸੰਗਤ ਸੀ ਇਧਰ ਗੁਰੂ ਕੇ ਚੱਕ ਵਾਲੇ ਪਾਸੇ, ਕੁਝ ਤੁੰਗ ਪਿੰਡ ਦੇ ਲੋਕ ਸੁਣ ਕੇ ਬੀਬੀ ਦੀ ਆਵਾਜ਼ ਰੌਲਾ ਪੈਂਦਾ ਆਣ ਪਹੁੰਚੇ ਆ। ਦੋਨੋਂ ਨਿਜ ਨਿਜ ਬ੍ਰਿਥਾ ਸੁਨਾਈ। ਤੇ ਉਹਨਾਂ ਪੁੱਛਿਆ ਭਾਈ ਕੀ ਗੱਲ ਹੈ, ਕੀ ਝਗੜਾ ਪਿਆ। ਉਹ ਪਿੰਗਲੇ ਨੇ ਵੀ ਦੱਸਿਆ ਤੇ ਬੀਬੀ ਰਜਨੀ ਨੇ ਆਪੋ ਆਪਣੀ ਗੱਲ ਦੱਸੀ, ਪੱਖ ਰੱਖਿਆ ਹੈ। ਸੁਣ ਕਰ ਕਿਹੋ ਨਾ ਸਮਝ ਨਰ ਆਈ। ਹੁਣ ਸੁਣ ਕੇ ਕੋਈ ਵੀ ਯਕੀਨ ਨਹੀਂ ਕਰਦਾ ਵੀ ਇਹ ਪਿੰਗਲਾ ਹੈ, ਤੇ ਪਿੰਗਲਾ ਕਿਵੇਂ ਠੀਕ ਹੋ ਸਕਦਾ। ਤੇ ਉਹ ਸਭ ਹੈਰਾਨ ਹੁੰਦੇ। ਉਹ ਪਿੰਗਲਾ ਕਹਿੰਦਾ ਨਹੀਂ, ਮੈਂ ਹੀ ਇਹਦਾ ਪਤੀ ਹਾਂ, ਉਹ ਠੀਕ ਹੋਇਆ ਹੋਇਆ। ਸਾਰੇ ਵੇਖ ਕੇ ਹੈਰਾਨ ਹੈ, ਤੇ ਕਿਸੇ ਦੇ ਗੱਲ ਸਮਝ ਨਹੀਂ ਪੈਂਦੀ ਹੈ। ਤਬ ਸਭ ਹਿਨ ਤਿਨ ਕੋ ਸਮਝਾਵਾ। ਇਹਨਾਂ ਦੋਵਾਂ ਨੂੰ ਫਿਰ ਸਾਰੇ ਜਿਹੜੀ ਕੋਈ ਪੰਚਾਇਤ ਸਿਆਣੇ ਦਾਨੇ ਪ੍ਰਧਾਨੇ ਮਨੁੱਖਾਂ ਸਮਝਾਇਆ ਹੈ। ਕਿਉ ਤੁਮ ਝਗੜਾ ਬਾਦ ਉਠਾਵਾ। ਇਹ ਬੀਬੀ ਹੈ ਪੁਰਖਾ, ਕਿਉਂ ਝਗੜਦੇ ਹੋ ਭਾਈ, ਕਿਉਂ ਆਪਸ ਵਿੱਚ ਝਗੜਾ ਵਧਾਇਆ ਹੈ। ਅਪਰਨ ਕਰ ਹੈ ਨਿਆਉ ਤੁਮਾਰਾ। ਵੀ ਹੋਰ ਕਿਸੇ ਦੇ ਹੱਥ ਵਿੱਚ ਤੁਹਾਡਾ ਨਿਆਂ ਨਹੀਂ ਹੈ। ਵੀ ਗੱਲ ਇਹ ਸਾਡੀ ਵੀ ਸਮਝ ਤੋਂ ਬਾਹਰ ਹੈ, ਜਿਵੇਂ ਤੁਸਾਂ ਦੋਵਾਂ ਨੇ ਦੱਸੀ ਹੈ, ਤੇ ਸਾਡੇ ਨਾ ਇਹ ਕਿਸੇ ਹੋਰ ਦੇ ਹੱਥ ਵਿੱਚ ਜਾਂ ਕੋਈ ਵੀ ਹੋਰ ਤੁਹਾਡਾ ਨਿਆਂ ਨਹੀਂ ਕਰਾ ਸਕਦਾ ਹੈ। ਸ਼੍ਰੀ ਗੁਰੂ ਅਰਜਨ ਇਹਾਂ ਉਦਾਰਾ। ਵੀ ਆ ਗੁਰੂ ਕਾ ਚੱਕ ਨਗਰ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ 5ਵਾਂ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਾ ਕਰਦੇ ਐ। ਅੰਤਰਜਾਮੀ ਸੋ ਸਭ ਜਾਣ ਹੈ। ਤੇ ਉਹ ਅੰਤਰਜਾਮੀ ਬੜੇ ਸਖੀ ਦਾਤੇ ਐ, ਤੇ ਸਾਰਿਆਂ ਦੇ ਮਨਾਂ ਦੀ ਜਾਣ ਦੇ ਝੂਠ ਸੱਚ ਨੂੰ ਜਾਣਨ ਵਾਲੇ ਐ। ਕਰ ਨਿਰਣੈ ਸਚ ਬਾਕ ਬਖਾਨ ਹੈ। ਤੁਸੀਂ ਉਹਨਾਂ ਕੋਲ ਚਲੇ ਜਾਓ, ਉਹੀ ਨਿਰਣਾ ਕਰਕੇ ਤੁਹਾਨੂੰ ਦੋਹਾਂ ਦਾ ਉਹ ਨਿਸਤਾਰਾ ਕਰ ਦੇਣਗੇ। ਸੱਚ ਦਾ ਸੱਚ, ਝੂਠ ਦਾ ਝੂਠ ਕਰ ਦੇਵਣਗੇ। ਤਿਨ ਕੋ ਕਹਿਓ ਸੱਚ ਹੀ ਜਨੀਆ ਹੈ। ਤੇ ਜਿਹੜਾ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਰ ਦਿੱਤਾ ਉਹ ਸੱਚਾ ਹੀ ਹੋਏਗਾ, ਕਿਉਂਕਿ ਉਹ ਸਭ ਦੇ ਅੰਦਰ ਦੀ ਜਾਣਦੇ ਐ। ਨਿਹ ਸੰਸਹਿ ਦੋਨਾ ਬਚ ਮੰਨੀਆ ਹੈ। ਤੇ ਜਿਹੜਾ ਵੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਤੁਹਾਨੂੰ ਦੋਵਾਂ ਨੂੰ ਭਾਈ ਮੰਨਣਾ ਵੀ ਪਵੇਗਾ, ਕਿਉਂਕਿ ਉਹ ਝੂਠ ਨਹੀਂ ਬੋਲਦੇ ਐ। ਇਮ ਸੁਨ ਕੈ ਤ੍ਰਿਯ ਉਰ ਉਲ ਹੁਲਸਾਈ। ਤੇ ਇਸ ਤਰ੍ਹਾਂ ਸੁਣ ਕੇ ਬੀਬੀ ਰਜਨੀ ਥੋੜਾ ਖੁਸ਼ ਹੋਈ ਹੈ ਵੀ ਹਾਂ ਇਹ ਯੋਗ ਗੱਲ ਹੈ, ਕਿਉਂਕਿ ਮਹਿਮਾ ਸੁਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਅਸਾਂ। ਸਤਿਗੁਰ ਤੇ ਮਮ ਸੰਸੈ ਜਾਈ। ਵੀ ਮੇਰੇ ਮਨ ਦਾ ਜੇ ਭਰਮ ਹੈ ਨਾ ਜਿਹੜਾ, ਉਹ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸੋਂ ਹੀ ਦੂਰ ਹੋਵੇਗਾ। ਤਬ ਦੋ ਨਹ ਕੁਛ ਨਰ ਲੈ ਸਾਥ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜੇ ਦੋਵੇਂ ਹੈ ਇਹ ਪਤੀ ਸਤੀ, ਉਹ ਪਿੰਗਲਾ ਜਿਹੜਾ ਠੀਕ ਹੋਇਆ ਤੇ ਬੀਬੀ ਰਜਨੀ, ਕੁਝ ਪੰਚਾਇਤਾਂ ਦੋ ਪਿੰਡਾਂ ਦੀਆਂ, ਕੁਝ ਤੁੰਗ ਪਿੰਡ ਦੇ ਆ, ਕੁਝ ਗੁਰੂ ਕੇ ਚੱਕ ਦੇ ਸਿਆਣੇ ਪੁਰਖ ਹੈ, ਸਭ ਨਾਲ ਗਏ ਹਨ। ਗਏ ਜਹਾਂ ਗੁਰੂ ਅਰਜਨ ਨਾਥ। ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਜੇ ਹੋਏ ਆ, ਸੰਤੋਖਸਰ ਸਾਹਿਬ ਸਨ ਮਹਾਰਾਜ ਉਦੋਂ ਸੇਵਾ ਕਰਵਾ ਰਹੇ, ਜਿੱਥੇ ਸੱਚੇ ਪਾਤਸ਼ਾਹ ਜੀ ਬੈਠੇ ਵਿਰਾਜ ਰਹੇ, ਉੱਥੇ ਇਹ ਦੋਵੇਂ ਪਤੀ ਪਤਨੀ ਜਿਹੜੇ ਆ ਉਹ ਪਹੁੰਚ ਗਏ ਆ। ਇੱਥੋਂ ਹੀ ਕਵੀ ਨੇ ਕਥਾ ਉਹ ਸ਼ੁਰੂ ਕੀਤੀ ਸੀ ਵੀ ਜੋਗੀ ਜਦੋਂ ਚੜ੍ਹਾਈ ਕਰ ਗਿਆ ਤੇ ਦੋ ਪਤੀ ਤੇ ਪਤਨੀ ਲੜਦੇ ਹੋਏ ਆਏ ਸਨ। ਉਹ ਗੱਲ ਕੀ ਸੀ, ਲੜਨ ਦਾ ਕਾਰਨ ਕੀ ਸੀ, ਉਹ ਤੁਸੀਂ ਹੁਣ ਸੁਣ ਲਿਆ ਵਿੱਚ ਵੀ ਇਸ ਕਾਰਨ ਕਰਕੇ ਪਤੀ ਤੇ ਪਤਨੀ ਦੋਵੇਂ ਲੜ ਰਹੇ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਪਹੁੰਚੇ, ਫਿਰ ਉਹ
ਰਹਿੰਦਾ ਪ੍ਰਸੰਗ ਆਪਾਂ ਅੱਗੇ ਵਿਚਾਰਾਂਗੇ। ਮਹਾਰਾਜ ਨੇ ਫਿਰ ਇਹਨਾਂ ਦਾ ਜਥਾ ਨਿਰਣਾ ਕੀਤਾ ਸੀ। ਤੇ ਅੰਮ੍ਰਿਤ ਸਰੋਵਰ ਜਿਹੜਾ ਉਹ ਦੁੱਖ ਭੰਜਨ ਸਾਹਿਬ, ਬੇਰ ਸਾਹਿਬ ਦੇ ਲਾਗੇ ਫਿਰ ਉਹਦੇ ਨਿਸ਼ਾਨ ਐ ਪ੍ਰਗਟ ਹੋਏ ਸੀ ਵੀ ਜਿਹੜੀ ਸੱਤ ਵਾਲੀ ਕੋਈ ਬੀਬੀ ਹੋਵੇ ਤੇ ਅੰਮ੍ਰਿਤ ਸਰੋਵਰ ਚਾਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਛੁਪਿਆ ਕੁਛ ਵੀ ਨਹੀਂ, ਪਰ ਵੇਖੋ ਬੜੇ ਜਾਤ ਸਤ ਵਾਲੀ ਮਾਈ ਏ ਬੀਬੀ ਰਜਨੀ, ਜਿਹਦੇ ਵਿੱਚ ਸਬਰ ਸੰਤੋਖ ਤੇ ਪਤੀ ਦੀ ਸੇਵਾ ਕਰਨ ਵਾਲੀ ਇੰਨਾ ਬਲ ਰੱਖਦੀ ਹੈ ਵੀ ਉਹ ਇੱਕ ਸਰੋਵਰ ਪ੍ਰਗਟ ਕਰ ਸਕਦੀ ਹੈ, ਜਿਹਦੇ ਵਿੱਚ ਅੱਜ ਵੀ ਸਭ ਸੰਗਤਾਂ ਜਿਹੜੀਆਂ ਉਹ ਇਸ਼ਨਾਨ ਕਰ ਕਰਕੇ ਆਪਣਾ ਵੱਡਾ ਭਾਗ ਜਾਣਦੀਆਂ। ਇਹ ਧੰਨ ਬੀਬੀ ਰਜਨੀ ਵਰਗੀ ਜਿਹੜੀਆਂ ਮਹਾਨ ਰੂਹਾਂ ਦੇ ਸਾਧ ਸੰਗਤ ਜੀ ਪਾਵਨ ਪਵਿੱਤਰ ਸਥਾਨਾਂ ਤੇ ਚਰਨ ਪਏ ਹੋਏ ਆ। ਸਤਿਗੁਰੂ ਤਾਂ ਹੈ ਹੀ ਗੁਰੂ ਗਰੀਬ ਨਵਾਜ ਪੂਰਨ, ਤੇ ਉਹਨਾਂ ਦੇ ਸਿੱਖ ਜਾਂ ਕੋਈ ਗੁਣਧਾਰੀ ਹੋਵੇ, ਕੋਈ ਪ੍ਰਾਣੀ ਮਾਈ ਭਾਈ, ਕੋਈ ਮਾਈ ਸਤੀ ਹੋਵੇ, ਕੋਈ ਪੁਰਖ ਜਤੀ ਹੋਵੇ, ਤਾਂ ਉਹ ਵੇਖੋ ਐਡਾ ਵੱਡਾ ਕਾਰਜ ਵੀ ਉਹ ਪਿੰਗਲਾ ਜਿਹੜਾ ਰੋਗ ਕਦੇ ਦੂਰ ਹੀ ਨਹੀਂ ਹੋ ਸਕਦਾ, ਉਹ ਵੀ ਮਾਈ ਦਾ ਸਤ ਜਿਹੜਾ ਉਹ ਪਤੀ ਦਾ ਪਿੰਗਲ ਕੋੜ ਵਰਗਾ ਰੋਗ ਵੀ ਨਾਸ਼ ਕਰਨ ਦੇ ਸਮਰੱਥ ਹੁੰਦਾ ਹੈ। ਇਹ ਪਾਵਨ ਪਵਿੱਤਰ ਇਤਿਹਾਸ ਤੋਂ ਮਹਾਰਾਜ ਨੇ ਸਾਨੂੰ ਸੋਝੀ ਬਖਸ਼ੀ ਹੈ। ਆਪ ਜੀ ਘੇਰੇ ਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ, ਰਹਿੰਦਾ ਪ੍ਰਸੰਗ ਅਗਲੇ ਦੀਵਾਨ ਵਿੱਚ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਮ ਸੁਨ ਕੈ ਤ੍ਰਿਯ ਔਰ ਹੁਲਸਾਈ, ਸਤਿਗੁਰ ਤੇ ਮਮ ਸੰਸੈ ਜਾਈ। ਤਬ ਦੋਨਹ ਕੁਛ ਨਰ ਲੈ ਸਾਥ, ਗਏ ਜਹਾਂ ਗੁਰ ਅਰਜੁਨ ਨਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ, ਅਘਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਹਿ ਕੈ ਸਦਾ ਸੰਗ ਨਿਧਾਰਾ, ਆਧਾਰ। ਹੈ ਠਾਕੁਰ ਹਉ ਦਾਸ रो, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਾ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।